Hello students, this is Dr. Amit Juneja, lecturer economics, Shahid Balwinder Singh, Government Senior Secondary Smart School, Sabuana, District Fazilka। ਤਾਂ ਮੈਂ ਤੁਹਾਡੇ ਸਾਰਿਆਂ ਦਾ ਸਵਾਗਤ ਕਰਦਾ ਅੱਜ ਦੇ ਇਸ ਲੈਕਚਰ ਦੇ ਵਿੱਚ। ਤਾਂ ਅੱਜ ਆਪਾਂ ਗੱਲ ਕਰਾਂਗੇ ਪੂਰਤੀ ਨੂੰ ਪ੍ਰਭਾਵਿਤ ਕਰਨ ਵਾਲੇ ਤੱਤ ਦੀ, ਜੋ ਕਿ ਆਪਾਂ ਆਪਣੇ ਲਾਸਟ ਲੈਕਚਰ ਦੇ ਵਿੱਚ ਜਿਹੜਾ ਹੈ ਉਹ ਡਿਸਕਸ ਕਰ ਰਹੇ ਸੀ। ਤਾਂ ਆਪਾਂ ਆਪਣੇ ਲਾਸਟ ਲੈਕਚਰ ਦੇ ਵਿੱਚ पूर्ति ਨੂੰ ਪ੍ਰਭਾਵਿਤ ਕਰਨ ਵਾਲੇ ਤੱਤ ਜਾਂ ਪੂਰਤੀ ਨੂੰ ਨਿਰਧਾਰਿਤ ਕਰਨ ਵਾਲੇ ਤੱਤ ਜਾਂ ਜਿਹਨੂੰ ਆਪਾਂ ਪੂਰਤੀ ਫਲਨ ਦਾ ਨਾਮ ਦਿੱਤਾ ਸੀ, ਉਹਦੇ ਚ ਆਪਾਂ ਦੋ ਤੱਤ ਜਿਹੜੇ ਨੇ ਉਹ ਡਿਸਕਸ ਕੀਤੇ ਸੀ। ਪਹਿਲਾ ਆਪਾਂ ਗੱਲ ਕੀਤੀ ਸੀ ਵੀ ਕਿਸੇ ਵੀ ਵਸਤੂ ਦੀ ਪੂਰਤੀ ਨੂੰ ਉਸ ਵਸਤੂ ਦੀ ਆਪਣੀ ਕੀਮਤ ਪ੍ਰਭਾਵਿਤ ਕਰਦੀ ਹੈ, ਯਾਨੀ ਕਿ ਜੇਕਰ ਉਸ ਵਸਤੂ ਦੀ ਆਪਣੀ ਖੁਦ ਦੀ ਕੀਮਤ ਜਿਹੜੀ ਹੈ ਉਹ ਵੱਧ ਜਾਏਗੀ ਤਾਂ ਉਹਦੀ ਪੂਰਤੀ ਵੱਧ ਜਾਏਗੀ। ਜੇਕਰ ਉਸ ਵਸਤੂ ਦੀ ਆਪਣੀ ਕੀਮਤ ਜਿਹੜੀ ਹੈ ਉਹ ਘਟ ਜਾਂਦੀ ਹੈ ਤਾਂ ਉਹਦੀ ਪੂਰਤੀ ਵੀ ਕੀ ਹੋ ਜਾਏਗਾ, ਘਟ ਜਾਏਗੀ। ਨੰਬਰ 2 ਆਪਾਂ ਗੱਲ ਕੀਤੀ ਸੀ ਵੀ ਕਿਸੇ ਵੀ ਵਸਤੂ ਦੀ ਪੂਰਤੀ ਨੂੰ ਉਸ ਵਸਤੂ ਦੇ ਨਾਲ ਜਿਹੜੀਆਂ ਸੰਬੰਧਿਤ ਵਸਤੂਆਂ ਨੇ ਉਹਨਾਂ ਦੀ ਕੀਮਤ ਵੀ ਜਿਹੜੀ ਹੈ ਉਹ ਪ੍ਰਭਾਵਿਤ ਕਰਦੀ ਹੈ। ਹੁਣ ਆਪਾਂ ਗੱਲ ਕੀਤੀ ਸੀ ਵੀ ਸੰਬੰਧਿਤ ਵਸਤੂਆਂ ਦੋ ਤਰ੍ਹਾਂ ਦੀਆਂ ਹੋ ਸਕਦੀਆਂ ਨੇ। ਪਹਿਲੀ ਕਿਹੜੀਆਂ ਹੋ ਸਕਦੀਆਂ, ਸਥਾਨਾਪਨ ਜੋ ਇੱਕ ਦੂਜੇ ਦੀ ਥਾਂ ਤੇ ਵਰਤੀਆਂ ਜਾਣਗੀਆਂ। ਨੰਬਰ 2 ਆਪਾਂ ਗੱਲ ਕੀਤੀ ਸੀ ਪੂਰਕ ਵਸਤੂਆਂ ਜੋ ਇੱਕ ਦੂਜੇ ਦੇ ਨਾਲ ਵਰਤੀਆਂ ਜਾਣਗੀਆਂ। ਤਾਂ ਆਪਾਂ ਗੱਲ ਕੀਤੀ ਵੀ ਜੇਕਰ ਕਿਸੇ ਵਸਤੂ ਦੀ ਸਥਾਨਾਪਨ ਵਸਤੂ ਜਿਹੜੀ ਹੈ ਅਗਰ ਉਹਦੀ ਕੀਮਤ ਵੱਧ ਜਾਂਦੀ ਹੈ ਤਾਂ ਕੀ ਹੋਏਗਾ, ਉਹਦੇ ਤੇ ਪੂਰਤੀ ਦਾ ਨਿਯਮ ਲੱਗੇਗਾ। ਤਾਂ ਕੀ ਹੋਏਗਾ, ਉਹਦੀ ਪੂਰਤੀ ਵਧੇਗੀ। ਜੇ ਉਹਦੀ ਪੂਰਤੀ ਵਧੇਗੀ ਤਾਂ ਉਸ ਦੂਜੀ ਵਸਤੂ ਜਿਹੜੀ ਹੈ ਉਹਦੀ ਪੂਰਤੀ ਘਟ ਜਾਏਗੀ, ਹਾਲਾਂਕਿ ਉਹਦੀ ਕੀਮਤ ਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਬਦਲਾਵ ਜਿਹੜਾ ਹੈ ਉਹ ਨਹੀਂ ਆਇਆ। ਜੇਕਰ ਸਥਾਨਾਪਨ ਵਸਤੂ ਦੀ ਕੀਮਤ ਘਟ ਜਾਂਦੀ ਹੈ ਤਾਂ ਉਹਦੀ ਪੂਰਤੀ ਘਟੇਗੀ ਤਾਂ ਤੁਹਾਡੀ ਵਸਤੂ ਦੀ ਪੂਰਤੀ ਵਧੇਗੀ, ਹਾਲਾਂਕਿ ਤੁਹਾਡੀ ਵਸਤੂ ਦੀ ਆਪਣੀ ਕੀਮਤ 'ਚ ਕੋਈ ਬਦਲਾਵ ਨਹੀਂ ਆਇਆ। ਇਸੇ ਤਰ੍ਹਾਂ ਜਿਹੜੀ ਪੂਰਕ ਵਸਤੂ ਹੈ, ਅਗਰ ਕਿਸੇ ਵਸਤੂ ਦੀ ਪੂਰਕ ਵਸਤੂ ਦੀ ਕੀਮਤ ਵੱਧ ਜਾਂਦੀ ਹੈ ਤਾਂ ਉਹਦੀ ਪੂਰਤੀ ਵਧੇਗੀ, ਉਹ ਬਾਜ਼ਾਰ ਜ਼ਿਆਦਾ ਆਏਗੀ। ਹੁਣ ਤੁਹਾਡੀ ਵਸਤੂ ਉਹਦੇ ਨਾਲ ਵਰਤੀ ਜਾਣੀ ਹੈ ਤੇ ਜੇ ਉਹ ਜ਼ਿਆਦਾ ਆਏਗੀ ਤਾਂ ਫਿਰ ਤੁਹਾਡੀ ਵਸਤੂ ਨੂੰ ਵੀ ਕੀ ਕਰਨਾ ਪਏਗਾ, ਜ਼ਿਆਦਾ ਆਣਾ ਪਏਗਾ। ਹਾਲਾਂਕਿ ਤੁਹਾਡੀ ਵਸਤੂ ਦੀ ਕੀਮਤ ਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਬਦਲਾਵ ਨਹੀਂ ਆਇਆ, ਪਰ ਤੁਹਾਡੀ ਵਸਤੂ ਦੀ ਪੂਰਤੀ ਜਿਹੜੀ ਹੈ ਉਹ ਵੱਧ ਜਾਏਗੀ। ਨੰਬਰ 2 ਜੇਕਰ ਪੂਰਕ ਵਸਤੂ ਦੀ ਕੀਮਤ ਘਟ ਜਾਂਦੀ ਹੈ ਤਾਂ ਉਹ ਘਟ ਆਏਗੀ ਕਿਉਂਕਿ ਉਹਦੀ ਪੂਰਤੀ ਘਟ ਜਾਣੀ ਹੈ। ਤੁਹਾਡੀ ਵਸਤੂ ਦੇ ਨਾਲ ਵਰਤੀ ਜਾਣੀ ਹੈ ਤਾਂ ਤੁਹਾਡੀ ਵਸਤੂ ਦੀ ਪੂਰਤੀ ਵੀ ਕੀ ਹੋ ਜਾਏਗਾ, ਘਟ ਜਾਏਗੀ। ਤਾਂ ਹਾਲਾਂਕਿ ਤੁਹਾਡੀ ਵਸਤੂ ਦੀ ਕੀਮਤ ਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਬਦਲਾਵ ਜਿਹੜਾ ਹੈ ਉਹ ਨਹੀਂ ਹੈ। ਤਾਂ ਆਪਾਂ ਜਿਹੜੇ ਪੂਰਤੀ ਨੂੰ ਪ੍ਰਭਾਵਿਤ ਕਰਨ ਵਾਲੇ ਤੱਤ ਜਾਂ ਜਿਹੜੇ ਨਿਰਧਾਰਿਤ ਕਰਨ ਵਾਲੇ ਤੱਤ ਨੇ ਉਹ ਆਪਾਂ ਦੋ ਡਿਸਕਸ ਕੀਤੇ। ਪੂਰਤੀ ਨੂੰ ਨਿਰਧਾਰਿਤ ਕਰਨ ਵਾਲੇ ਤੱਤ, ਠੀਕ ਹੈ। ਤਾਂ ਆਪਾਂ ਦੋ ਡਿਸਕਸ ਕਰ ਚੁੱਕੇ ਹਾਂ, ਅੱਜ ਆਪਾਂ ਕਈ ਹੋਰ ਤੱਤ ਵੀ ਡਿਸਕਸ ਕਰਦੇ ਹਾਂ। ਸਭ ਤੋਂ ਪਹਿਲਾ ਤੱਤ ਕੀ ਸੀ, ਉਹ ਸੀ ਵਸਤੂ ਦੀ ਆਪਣੀ ਕੀਮਤ। ਇਹ ਪਹਿਲਾਂ ਆਪਾਂ ਡਿਸਕਸ ਕੀਤਾ। ਨੰਬਰ 2 ਆਪਾਂ ਗੱਲ ਕੀਤੀ ਵੀ ਜਿਹੜੀਆਂ ਵੀ ਸੰਬੰਧਿਤ ਵਸਤੂਆਂ ਦੀ ਕੀਮਤ, ਠੀਕ ਹੈ, ਇਹ ਵੀ ਪ੍ਰਭਾਵਿਤ ਕਰਦੀ ਹੈ। ਤੀਸਰਾ ਆਪਾਂ ਲੈਣੇ ਹਾਂ, ਉਹਨੂੰ ਆਪਾਂ ਕਹਾਂਗੇ ਫਰਮਾਂ ਦੀ ਗਿਣਤੀ। ਹੁਣ ਦੇਖੋ ਆਪਾਂ ਆਲਰੇਡੀ ਗੱਲ ਕੀਤੀ ਸੀ ਵੀ ਜੇਕਰ ਮੰਨ ਲਓ ਵੀ ਆਪਾਂ ਕਿਸੇ ਵਸਤੂ ਦੀ ਪੂਰਤੀ ਕਰਾਣੀ ਹੈ, ਮੰਨ ਲਓ ਆਪਾਂ ਵਸਤੂ ਨੂੰ ਬਾਜ਼ਾਰ ਦੇ ਵਿੱਚ ਭੇਜਣਾ ਹੈ ਤਾਂ ਪਹਿਲਾਂ ਕੀ ਕਰਨਾ ਪਏਗਾ, ਪਹਿਲਾਂ ਉਸ ਵਸਤੂ ਦਾ ਉਤਪਾਦਨ ਕਰਨਾ ਪਏਗਾ। ਵੀ ਜੇਕਰ ਆਪਾਂ ਪਹਿਲਾਂ ਉਹ ਵਸਤੂ ਬਣਾਵਾਂਗੇ ਤਾਂ ਬਣਾ ਕੇ ਤਾਂ ਬਾਜ਼ਾਰ ਦੇ ਵਿੱਚ ਭੇਜਾਂਗੇ, ਠੀਕ। ਤਾਂ ਜੇ ਉਤਪਾਦਨ ਹੋਏਗਾ ਤਾਂ ਹੀ ਪੂਰਤੀ ਹੋਏਗੀ। ਹੁਣ ਜੇਕਰ ਮੰਨ ਲਓ ਚੀਜ਼ਾਂ ਬਣਨਗੀਆਂ ਜ਼ਿਆਦਾ ਤਾਂ ਫਿਰ ਆਣਗੀਆਂ ਵੀ ਜ਼ਿਆਦਾ, ਜੇ ਵਸਤੂਆਂ ਬਣਨਗੀਆਂ ਘੱਟ ਤਾਂ ਫਿਰ ਆਣਗੀਆਂ ਵੀ ਘੱਟ। ਤਾਂ ਹੁਣ ਵਸਤੂ ਨੂੰ ਬਣਾਏਗਾ ਕੌਣ, ਵਸਤੂ ਨੂੰ ਬਣਾਉਣਗੀਆਂ ਫਰਮਾਂ। ਫਰਮਾਂ ਯਾਨੀ ਕਿ ਕੰਪਨੀਆਂ। ਜੇਕਰ ਮੰਨ ਲਓ ਬਾਜ਼ਾਰ ਦੇ ਵਿੱਚ ਕਿਸੇ ਵੀ ਵਸਤੂ ਨੂੰ ਬਣਾਉਣ ਵਾਲੀਆਂ ਫਰਮਾਂ ਜਿਹੜੀਆਂ ਨੇ ਉਹਨਾਂ ਦੀ ਗਿਣਤੀ ਵੱਧ ਜਾਂਦੀ ਹੈ। ਮੰਨ ਲਓ ਪਹਿਲਾਂ ਕਿਸੇ ਕੰਪਨੀ ਕੋਈ ਵੀ ਚੀਜ਼ ਹੈ, ਮੰਨ ਲਓ ਉਹਨੂੰ ਬਣਾਉਣ ਵਾਲੀਆਂ ਕੰਪਨੀਆਂ ਜਿਹੜੀਆਂ ਨੇ ਉਹ ਦੋ ਸੀ, ਮਤਲਬ ਸਿਰਫ ਦੋ ਹੀ ਕੰਪਨੀਆਂ ਸੀ ਜੋ ਜਿਹੜੀ ਉਹ ਚੀਜ਼ ਬਣਾ ਰਹੀਆਂ ਸੀ। ਹੁਣ ਕੀ ਹੋਇਆ, ਕੰਪਨੀਆਂ ਦੋ ਦੀ ਥਾਂ ਤੇ 20 ਹੋ ਗਈਆਂ। ਤਾਂ ਹੁਣ ਸੋਚੋ ਵੀ ਜੇ ਕਿਤੇ ਦੋ ਕੰਪਨੀਆਂ ਉਹ ਚੀਜ਼ ਬਣਾਉਂਦੀਆਂ ਪਈਆਂ ਸੀ, ਹੁਣ ਉਹੀ ਚੀਜ਼ ਜਿਹੜੀ ਹੈ ਉਹ 20 ਕੰਪਨੀਆਂ ਬਣਾਉਂਦੀਆਂ ਪਈਆਂ ਤਾਂ ਕੀ ਹੋਏਗਾ, ਪੂਰਤੀ ਜਿਹੜੀ ਹੈ ਉਹ ਕੀ ਹੋਏਗਾ, ਜ਼ਿਆਦਾ ਹੋਏਗੀ। ਜੇਕਰ ਕਿਸੇ ਵਸਤੂ ਨੂੰ ਬਣਾਉਣ ਵਾਲੀਆਂ ਜਿਹੜੀਆਂ ਫਰਮਾਂ ਨੇ ਅਗਰ ਉਹਨਾਂ ਦੀ ਗਿਣਤੀ ਪਹਿਲਾਂ ਨਾਲੋਂ ਵੱਧ ਜਾਂਦੀ ਹੈ ਤਾਂ ਕੀ ਹੋਏਗਾ, ਉਹ ਵਸਤੂ ਜ਼ਿਆਦਾ ਬਣੇਗੀ। ਜ਼ਿਆਦਾ ਬਣੇਗੀ
ਬਣੇਗੀ, ਜ਼ਿਆਦਾ ਬਾਜ਼ਾਰ ਦੇ ਵਿੱਚ ਆਏਗੀ ਤਾਂ ਪੂਰਤੀ ਵੀ ਕੀ ਹੋ ਜਾਏਗਾ, ਵੱਧ ਜਾਏਗੀ। ਜੇਕਰ ਮੰਨ ਲਓ ਪਹਿਲਾਂ ਕਿਸੇ ਵਸਤੂ ਨੂੰ ਬਣਾਉਣ ਵਾਲੀਆਂ ਕੰਪਨੀਆਂ ਜਿਹੜੀਆਂ ਨੇ ਉਹ ਹੈਗੀਆਂ ਸੀ 50 ਕੰਪਨੀਆਂ ਸੀ ਜੋ ਚੀਜ਼ ਬਣਾ ਰਹੀਆਂ ਸੀ, ਹੁਣ ਹੈਗੀਆਂ ਨੇ ਸਾਰੀਆਂ 5 ਕੰਪਨੀਆਂ। ਹੁਣ ਕਿਤੇ 50 ਕੰਪਨੀਆਂ ਕਿਤੇ 5 ਕੰਪਨੀਆਂ, ਤਾਂ ਹੁਣ ਕੀ ਹੋਊਗਾ ਵੀ ਜੇ ਉਸ ਵਸਤੂ ਨੂੰ ਬਣਾਉਣ ਵਾਲੀਆਂ ਜਿਹੜੀਆਂ ਕੰਪਨੀਆਂ ਨੇ ਜਾਂ ਫਰਮਾਂ ਜਿਹੜੀਆਂ ਨੇ ਅਗਰ ਉਹਨਾਂ ਦੀ ਗਿਣਤੀ ਪਹਿਲਾਂ ਨਾਲੋਂ ਘਟ ਜਾਂਦੀ ਹੈ, ਮਤਲਬ 50 ਕੰਪਨੀਆਂ ਸੀ ਹੁਣ 5 ਰਹਿ ਗਈਆਂ, ਤਾਂ ਫਿਰ ਕੀ ਹੋਏਗਾ, ਉਹ ਵਸਤੂ ਬਣੇਗੀ ਘੱਟ। ਜੇ ਬਣੇਗੀ ਘੱਟ ਤਾਂ ਬਾਜ਼ਾਰ 'ਚ ਵੀ ਘੱਟ ਆਏਗੀ, ਤਾਂ ਕਿਸੇ ਵਸਤੂ ਦੀ ਪੂਰਤੀ ਕਿੰਨੀ ਹੋਏਗੀ ਉਹਨੂੰ ਫਰਮਾਂ ਦੀ ਗਿਣਤੀ ਜਿਹੜੀ ਹੈ ਇਹ ਵੀ ਪ੍ਰਭਾਵਿਤ ਕਰਦੀ ਹੈ ਕਿ ਉਸ ਵਸਤੂ ਨੂੰ ਬਣਾਉਣ ਵਾਲੀਆਂ ਕਿੰਨੀਆਂ ਫਰਮਾਂ ਜਿਹੜੀਆਂ ਨੇ ਉਹ ਬਾਜ਼ਾਰ ਦੇ ਵਿੱਚ ਮੌਜੂਦ ਨੇ। ਜੇਕਰ ਫਰਮਾਂ ਘੱਟ ਨੇ ਤਾਂ ਵਸਤੂ ਦਾ ਉਤਪਾਦਨ ਘੱਟ ਹੋਏਗਾ, ਜੇ ਉਤਪਾਦਨ ਘੱਟ ਹੋਏਗਾ ਤਾਂ ਪੂਰਤੀ ਵੀ ਘੱਟ ਹੋਏਗੀ। ਜੇਕਰ ਕਿਸੇ ਵਸਤੂ ਨੂੰ ਬਣਾਉਣ ਵਾਲੀਆਂ ਫਰਮਾਂ ਦੀ ਗਿਣਤੀ ਜ਼ਿਆਦਾ ਹੈ ਤਾਂ ਫਿਰ ਕੀ ਹੋਏਗਾ, ਉਤਪਾਦਨ ਜ਼ਿਆਦਾ ਹੋਏਗਾ। ਜੇ ਉਤਪਾਦਨ ਜ਼ਿਆਦਾ ਹੋਏਗਾ ਤਾਂ ਪੂਰਤੀ ਵੀ ਕੀ ਹੋਏਗਾ, ਜ਼ਿਆਦਾ ਹੋਏਗੀ। ਤਾਂ ਫਰਮਾਂ ਦੀ ਗਿਣਤੀ ਜਿਹੜੀ ਹੈ ਇਹ ਵੀ ਕੀ ਕਰਦੀ ਹੈ, ਉਸ ਵਸਤੂ ਦੀ ਪੂਰਤੀ ਨੂੰ ਜਿਹੜਾ ਹੈ ਉਹ ਪ੍ਰਭਾਵਿਤ ਕਰਦੀ ਹੈ। ਅਗਲਾ ਜਿਹੜਾ ਤੱਤ ਜਿਹੜਾ ਕਿਸੇ ਵੀ ਵਸਤੂ ਦੀ ਪੂਰਤੀ ਜਿਹੜੀ ਹੈ ਉਹਨੂੰ ਨਿਰਧਾਰਿਤ ਜਾਂ ਪ੍ਰਭਾਵਿਤ ਕਰਦਾ ਹੈ ਉਹ ਹੈ ਫਰਮਾਂ ਦਾ ਉਦੇਸ਼। ਠੀਕ ਹੈ, ਦੇਖੋ ਫਰਮਾਂ ਦਾ ਉਦੇਸ਼ ਕੀ ਹੁੰਦਾ ਹੈ। ਦੇਖੋ ਜਦੋਂ ਕੋਈ ਵੀ ਫਰਮ ਬਾਜ਼ਾਰ ਦੇ ਵਿੱਚ ਕੋਈ ਨਾ ਕੋਈ ਚੀਜ਼ ਵੇਚਣ ਵਾਸਤੇ ਆਂਦੀ ਹੈ ਨਾ, ਉਹ ਦੋ ਉਦੇਸ਼ ਲੈ ਕੇ ਆਂਦੀ ਹੈ। ਠੀਕ ਹੈ, ਕੋਈ ਮਰਜ਼ੀ ਫਰਮ ਹੈ ਜਦੋਂ ਬਾਜ਼ਾਰ 'ਚ ਆਏਗੀ ਨਾ ਕੋਈ ਚੀਜ਼ ਨੂੰ ਲੈ ਕੇ, ਵੀ ਲੋ ਵੀ ਹੁਣ ਅਸੀਂ ਬਾਜ਼ਾਰ ਦੇ ਵਿੱਚ ਆ ਚੀਜ਼ ਵੇਚਣੀ ਹੈ, ਤਾਂ ਉਹਦੇ ਦੋ ਉਦੇਸ਼ ਹੋ ਸਕਦੇ ਨੇ। ਠੀਕ ਹੈ, ਪਹਿਲਾ ਉਦੇਸ਼ ਤਾਂ ਹੋ ਸਕਦਾ ਹੈ ਵੀ ਉਹ ਆਪਣੇ ਲਾਭ ਨੂੰ ਕੀ ਕਰਨਾ ਚਾਹੁੰਦੀ ਹੈ, ਵੱਧ ਤੋਂ ਵੱਧ ਜਿਹੜਾ ਹੈ ਉਹ ਕਰਨਾ ਚਾਹੁੰਦੀ ਹੈ। ਨੰਬਰ 2 ਕੀ ਹੋ ਸਕਦਾ ਹੈ, ਉਹ ਜਿਹੜੀ ਆਪਣੀ ਵਿਕਰੀ ਹੈ ਉਹਨੂੰ ਕੀ ਕਰਨਾ ਚਾਹੁੰਦੀ ਹੈ, ਵੱਧ ਤੋਂ ਵੱਧ ਕਰਨਾ ਚਾਹੁੰਦੀ ਹੈ। ਹੁਣ ਇਹ ਜਿਹੜੇ ਦੋ ਉਦੇਸ਼ ਨੇ ਨਾ, ਇਹਨਾਂ ਦੇ ਵਿੱਚ ਕੀ ਹੈ, ਇਹਨਾਂ ਵਿੱਚ ਲੱਗਿਆ ਹੋਇਆ ਹੈ ਜਾਂ ਵੀ ਜਾਂ ਤਾਂ ਇੱਕ ਫਰਮ ਕੀ ਕਰ ਸਕਦੀ ਹੈ, ਆਪਣੇ ਪ੍ਰੋਫਿਟ ਆਪਣੇ ਲਾਭ ਜਿਹੜੇ ਨੇ ਉਹ ਵੱਧ ਤੋਂ ਵੱਧ ਕਰ ਸਕਦੀ ਹੈ, ਜਾਂ ਉਹ ਫਰਮ ਕੀ ਕਰ ਸਕਦੀ ਹੈ, ਆਪਣੀ ਵਿਕਰੀ ਨੂੰ ਵੱਧ ਤੋਂ ਵੱਧ ਕਰ ਸਕਦੀ ਹੈ। ਮਤਲਬ ਵਿਕਰੀ ਨੂੰ ਵੱਧ ਤੋਂ ਵੱਧ ਕਰਨ ਦਾ ਮਤਲਬ ਕੀ ਹੋਇਆ ਵੀ ਉਹ ਫਰਮ ਚਾਹੁੰਦੀ ਹੈ ਕਿ ਮੇਰੀਆਂ ਚੀਜ਼ਾਂ ਜ਼ਿਆਦਾ ਤੋਂ ਜ਼ਿਆਦਾ ਵਿਕਣ, ਮਤਲਬ ਮੈਂ ਸਭ ਤੋਂ ਜ਼ਿਆਦਾ ਚੀਜ਼ਾਂ ਬਾਜ਼ਾਰ ਦੇ ਵਿੱਚ ਵੇਚਾਂ। ਹੁਣ ਜਾਂ ਤਾਂ ਇਹ ਕਰ ਸਕਦੀ ਹੈ ਜਾਂ ਇਹ ਕਰ ਸਕਦੀ ਹੈ। ਹੁਣ ਇਹਨੂੰ ਦਾ ਪੂਰਤੀ ਕਿਵੇਂ ਪ੍ਰਭਾਵਿਤ ਹੋਏਗੀ ਇਹ ਚੀਜ਼ ਸਮਝੋ। ਇੱਕ ਫਰਮ ਕਹਿੰਦੀ ਹੈ ਵੀ ਅਸੀਂ ਤਾਂ ਆਪਣੇ ਜਿਹੜੇ ਪ੍ਰੋਫਿਟ ਨੇ, ਜਿਹੜੇ ਲਾਭ ਨੇ ਉਹ ਵੱਧ ਤੋਂ ਵੱਧ ਕਰਨੇ ਨੇ, ਮਤਲਬ ਸਾਨੂੰ ਸਾਡੇ ਲਾਭ ਜ਼ਿਆਦਾ ਤੋਂ ਜ਼ਿਆਦਾ ਮਿਲਣੇ ਚਾਹੀਦੇ ਨੇ, ਬਸ ਸਾਡਾ ਤਾਂ ਉਦੇਸ਼ ਇਹ ਹੈ। ਫਿਰ ਕੀ ਹੋਏਗਾ, ਹੁਣ ਜੇ ਲਾਭ ਵੱਧ ਤੋਂ ਵੱਧ ਕਰਨਾ ਚਾਹੁੰਦੀ ਹੈ ਨਾ, ਫਿਰ ਕੀ ਹੋਏਗਾ, ਫਿਰ ਅਗਰ ਉਹਨੇ ਪੂਰਤੀ ਵਧਾਣੀ ਹੈ, ਠੀਕ ਹੈ, ਉਹਨੇ ਪੂਰਤੀ ਵਧਾਣੀ ਹੈ, ਕਦੋਂ ਵਧਾਏਗੀ, ਜਦੋਂ ਕੀਮਤ ਵਧੇਗੀ। ਕਿਉਂਕਿ ਕੀਮਤ ਵਧਣ ਨਾਲ ਕੀ ਹੋਏਗਾ, ਉਹਨੂੰ ਲਾਭ ਜ਼ਿਆਦਾ ਮਿਲਣਗੇ, ਲਾਭ ਜ਼ਿਆਦਾ ਮਿਲਣਗੇ ਤਾਂ ਪੂਰਤੀ ਵੀ ਜ਼ਿਆਦਾ ਕਰੇਗੀ। ਮਤਲਬ ਜੇਕਰ ਉਹਦਾ ਉਦੇਸ਼ ਹੈਗਾ ਲਾਭ ਨੂੰ ਵੱਧ ਤੋਂ ਵੱਧ ਕਰਨਾ ਤਾਂ ਫਰਮ ਸਿਰਫ ਤੇ ਸਿਰਫ ਕੀਮਤ ਦੇ ਵਧਣ ਤੇ ਹੀ ਪੂਰਤੀ ਵਧਾਏਗੀ, ਨਹੀਂ ਤਾਂ ਨਹੀਂ ਵਧਾਏਗੀ। ਉਹ ਕਹਿੰਦੇ ਕੀਮਤ ਵੱਧਦੀ ਨਹੀਂ ਪਈ, ਫਿਰ ਸਾਨੂੰ ਪੂਰਤੀ ਵੱਧ ਕਰਨ ਦਾ ਕੀ ਫਾਇਦਾ ਹੈ, ਸਾਡੇ ਲਾਭ ਤਾਂ ਵੱਧਦੇ ਨਹੀਂ ਪਏ। ਹਾਂ, ਜੇਕਰ ਕੱਲ ਨੂੰ ਮੰਨ ਲਓ ਸਾਡੀ ਚੀਜ਼ ਹੋ ਜਾਵੇ ਮਹਿੰਗੀ, ਫਿਰ ਸਾਨੂੰ ਹੋਣਗੇ ਪ੍ਰੋਫਿਟ, ਸਾਨੂੰ ਹੋਣਗੇ ਲਾਭ। ਹਾਂ, ਜਦੋਂ ਕੀਮਤ ਵਧੇਗੀ ਨਾ, ਜਦੋਂ ਲਾਭ ਹੋਣਗੇ ਨਾ, ਉਦੋਂ ਚੀਜ਼ ਵੇਚਾਂਗੇ, ਐਵੇਂ ਨਹੀਂ ਵੇਚਦੇ। ਤਾਂ ਕੀ ਹੋਏਗਾ, ਜੇਕਰ ਫਰਮ ਦਾ ਉਦੇਸ਼ ਜਿਹੜਾ ਹੈ ਉਹ ਆਪਣੇ ਲਾਭ ਨੂੰ ਵੱਧ ਤੋਂ ਵੱਧ ਕਰਨਾ ਹੈ ਤਾਂ ਉਸ ਦੁਆਰਾ ਸਿਰਫ ਤੇ ਸਿਰਫ ਕੀਮਤ ਵਧਣ ਤੇ ਹੀ ਪੂਰਤੀ ਨੂੰ ਵਧਾਇਆ ਜਾਏਗਾ, ਨਹੀਂ ਤਾਂ ਪੂਰਤੀ ਨੂੰ ਨਹੀਂ ਵਧਾਇਆ ਜਾਏਗਾ। ਪਰ ਜੇਕਰ ਉਹਦਾ ਉਦੇਸ਼ ਹੈਗਾ ਦੀ ਵਿਕਰੀ ਨੂੰ ਵੱਧ ਤੋਂ ਵੱਧ ਕਰਨਾ, ਉਹ ਕਹਿੰਦਾ ਮੈਂ ਤਾਂ ਦੀ ਸੇਲ ਵਧਾਣੀ ਹੈ, ਮੈਂ ਤਾਂ ਬਾਜ਼ਾਰ 'ਚ ਚੀਜ਼ਾਂ ਜ਼ਿਆਦਾ ਤੋਂ ਜ਼ਿਆਦਾ ਵੇਚਣੀਆਂ। ਸੋਚੋ ਐਗਜ਼ਾਮਪਲ ਲੈਂਦੇ ਆ, ਮੰਨ ਲਓ ਆਪਾਂ ਬਾਜ਼ਾਰ ਦੇ ਵਿੱਚ ਪੇਸਟ ਲੈਣ ਵਾਸਤੇ ਗਏ, ਮੈਂ ਮੰਨ ਲਓ ਕੋਲਗੇਟ ਦੀ ਪੇਸਟ ਲੈਣ ਗਿਆ, ਉਹ ਕਹਿੰਦੇ ਜੀ ਕੋਲਗੇਟ ਦਾ ਸਕੀਮ ਚੱਲਦੀ ਪਈ ਹੈ ਬਾय 1 गेट 1 फ्री, ਵੀ ਇੱਕ ਖਰੀਦੋ ਇੱਕ ਮੁਫਤ। ਹੁਣ ਸੋਚੋ ਵੀ ਜੇ ਕੋਲਗੇਟ ਵਾਲਾ ਆਦੀ ਪੇਸਟ ਇੱਕ ਦੇ ਨਾਲ ਇੱਕ ਮੁਫਤ ਦਿੰਦਾ ਪਿਆ ਹੈ ਤਾਂ ਕੀ ਉਹ ਆਦੇ ਲਾਭ ਵੱਧ ਤੋਂ ਵੱਧ ਕਰਦਾ ਪਿਆ, ਉਹ ਬੇਵਕੂਫ ਹੈ। ਵੀ ਇੱਕ ਨਾਲ ਇੱਕ ਫ੍ਰੀ ਦੇ ਕੇ ਉਹਦੇ ਲਾਭ ਥੋੜੀ ਵੱਧ ਤੋਂ ਵੱਧ ਹੋਣਗੇ। ਮੰਨ ਲਓ ਇੱਕ ਪੇਸਟ ਆਂਦੀ 80 ਰੁਪਏ ਦੀ, ਉਹਨੇ ਕੀ ਕੀਤਾ 80 ਰੁਪਏ ਦੀ ਇੱਕ ਪੇਸਟ ਖਰੀਦੋ, 80 ਰੁਪਏ ਦੀ ਨਾਲ ਇੱਕ ਫ੍ਰੀ, ਮਤਲਬ ਉਹ 80 ਰੁਪਏ 'ਚ ਇੱਕ ਦੀ ਥਾਂ ਤੇ 80 ਰੁਪਏ 'ਚ ਦੋ ਦਿੱਤੀ ਜਾਂਦਾ। ਮਤਲਬ ਹੁਣ ਉਹਦੇ ਲਾਭ ਤਾਂ ਵੱਧ ਤੋਂ ਵੱਧ ਕਰਦਾ ਨਹੀਂ ਪਿਆ, ਉਹ ਕੀ ਕਰਦਾ ਪਿਆ, ਉਹ ਕਹਿੰਦਾ ਮੈਂ ਇਹਦੀ ਵਿਕਰੀ ਵੱਧ ਤੋਂ ਵੱਧ ਕਰਨੀ ਹੈ, ਮੈਂ ਚਾਹਨਾ ਕੋਲਗੇਟ ਬਾਜ਼ਾਰ 'ਚ ਸਭ ਤੋਂ ਜ਼ਿਆਦਾ ਵਿਕੇ। ਫਿਰ ਕੀ ਹੋਏਗਾ, ਜੇਕਰ ਉਸ ਫਰਮ ਦਾ ਉਦੇਸ਼ ਜਿਹੜਾ ਹੈ ਉਹ ਆਪਣੀ ਵਿਕਰੀ ਨੂੰ ਵੱਧ ਤੋਂ ਵੱਧ ਕਰਨਾ ਹੈ ਤਾਂ ਫਿਰ ਉਹ ਬਿਨਾਂ ਕੀਮਤ ਦੇ ਵਧੇ ਵੀ ਕੀ
ਕੀ ਕਰੇਗਾ, ਪੂਰਤੀ ਵਧਾ ਦੇਗਾ। ਉਹ ਕਹਿੰਦਾ ਕੀਮਤ ਕੁਮਤ ਦੀ ਕੋਈ ਪਰਵਾਹ ਨਹੀਂ, ਬਾਜ਼ਾਰ ਦੇ ਵਿੱਚ ਸਾਡੀਆਂ ਬਸ ਚੀਜ਼ਾਂ ਜ਼ਿਆਦਾ ਵਿਕਣੀਆਂ ਚਾਹੀਦੀਆਂ ਨੇ, ਤਾਂ ਜਿੰਨੀਆਂ ਚੀਜ਼ਾਂ ਹੈਗੀਆਂ ਨੇ ਬਸ ਭੇਜ ਦਿਓ ਬਾਜ਼ਾਰ ਦੇ ਵਿੱਚ। ਤਾਂ ਕੀ ਹੋਏਗਾ, ਜੇਕਰ ਫਰਮ ਦਾ ਉਦੇਸ਼ ਲਾਭ ਨੂੰ ਵੱਧ ਤੋਂ ਵੱਧ ਕਰਨਾ ਹੈ ਤਾਂ ਸਿਰਫ ਕੀਮਤ ਦੇ ਵਧਣ ਤੇ ਹੀ ਪੂਰਤੀ ਵਧਾਈ ਜਾਏਗੀ, ਨਹੀਂ ਤਾਂ ਪੂਰਤੀ ਨਹੀਂ ਵਧਾਈ ਜਾਏਗੀ। ਪਰ ਜੇਕਰ ਉਹਦਾ ਉਦੇਸ਼ ਜਿਹੜਾ ਹੈ ਉਹ ਆਪਣੀ ਵਿਕਰੀ ਨੂੰ ਵੱਧ ਤੋਂ ਵੱਧ ਕਰਨਾ ਹੈ ਤਾਂ ਬਿਨਾਂ ਕੀਮਤ ਦੇ ਬਦਲੇ ਹੀ ਕੀ ਕਰੇਗਾ, ਆਦੀ ਪੂਰਤੀ ਜਿਹੜੀ ਹੈ ਉਹ ਵਧਾ ਦੇਗਾ, ਤਾਂ ਕਿ ਉਹ ਕੀ ਕਰੇ, ਆਪਦੀ ਚੀਜ਼ ਜਿਹੜੀ ਹੈ ਉਹ ਬਾਜ਼ਾਰ ਦੇ ਵਿੱਚ ਜ਼ਿਆਦਾ ਤੋਂ ਜ਼ਿਆਦਾ ਮਾਤਰਾ ਦੇ ਵਿੱਚ ਜਿਹੜਾ ਹੈ ਉਹ ਉਹਨੂੰ ਵੇਚ ਸਕੇ। ਫਿਰ ਆਪਾਂ ਅਗਲਾ ਜਿਹੜਾ ਪੁਆਇੰਟ ਹੈ ਉਹ ਡਿਸਕਸ ਕਰਦੇ ਹਾਂ, ਜਿਹੜਾ ਕਿਸੇ ਵੀ ਵਸਤੂ ਦੀ ਪੂਰਤੀ ਨੂੰ ਜਿਹੜਾ ਹੈ ਉਹ ਪ੍ਰਭਾਵਿਤ ਕਰ ਸਕਦਾ ਹੈ, ਉਹ ਨੇ ਉਤਪਾਦਨ ਦੇ ਸਾਧਨਾਂ ਦੀ ਕੀਮਤ। ਵੀ ਦੇਖੋ, ਅਗਰ ਆਪਾਂ ਹੁਣੇ ਗੱਲ ਕੀਤੀ ਵੀ ਅਗਰ ਆਪਾਂ ਪੂਰਤੀ ਕਰਨੀ ਹੈ ਤਾਂ ਪੂਰਤੀ ਕਰਨੀ ਹੈ ਤਾਂ ਕੀ ਹੋਏਗਾ, ਆਪਾਂ ਨੂੰ ਉਹਦੇ ਵਾਸਤੇ ਉਤਪਾਦਨ ਕਰਨਾ ਪਏਗਾ। ਠੀਕ ਹੈ, ਹੁਣ ਧਿਆਨ ਨਾਲ ਸਮਝਣਾ ਇਸ ਚੀਜ਼ ਨੂੰ ਵੀ ਆਪਾਂ ਚਾਹੁੰਦੇ ਹਾਂ ਕਿ ਆਪਾਂ ਪੂਰਤੀ ਕਰੀਏ, ਆਪਾਂ ਚੀਜ਼ ਨੂੰ ਬਾਜ਼ਾਰ ਦੇ ਵਿੱਚ ਭੇਜੀਏ। ਜੇ ਆਪਾਂ ਪੂਰਤੀ ਕਰਨਾ ਚਾਹੁੰਦੇ ਹਾਂ ਤਾਂ ਉਹਦੇ ਵਾਸਤੇ ਜ਼ਰੂਰੀ ਹੈ ਕਿ ਆਪਾਂ ਪਹਿਲਾਂ ਉਸ ਚੀਜ਼ ਦਾ ਉਤਪਾਦਨ ਕਰੀਏ। ਜੇ ਆਪਾਂ ਉਤਪਾਦਨ ਕਰਨਾ ਚਾਹੁੰਦੇ ਹਾਂ ਤਾਂ ਆਪਾਂ ਨੂੰ ਉਤਪਾਦਨ ਦੇ ਸਾਧਨਾਂ ਦੀ ਲੋੜ ਪਏਗੀ। ਹੁਣ ਆਪਾਂ ਆਲਰੇਡੀ ਡਿਸਕਸ ਕਰ ਚੁੱਕੇ ਹਾਂ ਵੀ ਉਤਪਾਦਨ ਦੇ ਸਾਧਨ 4 ਹੁੰਦੇ ਨੇ, ਭੂਮੀ ਹੈ, ਪੂੰਜੀ ਹੈ, ਮਜ਼ਦੂਰ ਹੈ ਤੇ ਉਦਮ ਹੈ। ਜੇ ਕੀ ਹੋ ਜਾਵੇ ਵੀ ਜੇਕਰ ਇਹ ਉਤਪਾਦਨ ਦੇ ਜਿਹੜੇ ਸਾਧਨ ਨੇ ਇਹਨਾਂ ਦੀ ਕੀਮਤ ਜਿਹੜੀ ਹੈ ਉਹ ਪਹਿਲਾਂ ਨਾਲੋਂ ਵੱਧ ਜਾਵੇ, ਠੀਕ, ਮਤਲਬ ਮਜ਼ਦੂਰ ਆਦੀਆਂ ਮਜ਼ਦੂਰੀਆਂ ਵਧਾ ਦੇਣ, ਜਿਹੜੇ ਬੰਦੇ ਕੋਲ ਆਪਾਂ ਪੈਸਾ ਲੈਂਦੇ ਪਏ ਸੀ ਉਹ ਕੀ ਕਰੇ, ਉਹ ਵਿਆਜਾਂ ਵਧਾ ਦੇਵੇ, ਠੀਕ ਹੈ, ਜਿਹੜਾ ਜ਼ਮੀਨ ਵਾਲਾ ਸੀ ਉਹ ਆਦਾ ਕਿਰਾਇਆ ਲਗਾਨ ਵਧਾ ਦੇਵੇ, ਤਾਂ ਕੀ ਹੋਏਗਾ ਵੀ ਹੁਣ ਇੱਕ ਉਤਪਾਦਕ ਵਾਸਤੇ ਆਪਣੀ ਚੀਜ਼ ਬਣਾਣੀ ਹੋ ਜਾਏਗੀ ਪਹਿਲਾਂ ਨਾਲੋਂ ਮਹਿੰਗੀ। क्यों महंगी हो जाएगी, मजदूर ने रेट ਵਧਾਤੇ, ਜ਼ਮੀਨ ਵਾਲੇ ਨੇ ਲਗਾਨ ਵਧਾਤਾ, ਠੀਕ ਹੈ, ਜਿਹੜੇ ਪੈਸੇ ਵਾਲਾ ਸੀ ਜਿਹਦੇ ਕੋਲ ਪੈਸਾ ਉਧਾਰ ਲੈਂਦੇ ਪਏ ਸੀ ਉਹਨੇ ਕੀ ਕੀਤਾ, ਵਿਆਜਾਂ ਵਧਾਤੀਆਂ, ਤਾਂ ਸਾਡੇ ਵਾਸਤੇ ਚੀਜ਼ ਬਣਾਣੀ ਹੋ ਜਾਏਗੀ ਪਹਿਲਾਂ ਨਾਲੋਂ ਮਹਿੰਗੀ। यानी जे उत्पादन दे साधना दी कीमत वधी ਤਾਂ ਕੀ ਹੋਏਗਾ, ਉਸ ਚੀਜ਼ ਨੂੰ ਬਣਾਉਣ ਤੇ ਆਉਣ ਵਾਲੀ ਲਾਗਤ ਜਿਹੜੀ ਹੈ ਉਹ ਕੀ ਹੋ ਜਾਏਗਾ, ਵੱਧ ਜਾਏਗੀ। ਯਾਨੀ ਖਰਚਾ ਜਿਹੜਾ ਉਹ ਪਹਿਲਾਂ ਨਾਲੋਂ ਜ਼ਿਆਦਾ ਕਰਨਾ ਪਏਗਾ। ਜੇ ਲਾਗਤ ਵਧੇਗੀ ਤਾਂ ਉਹਦੇ ਨਾਲ ਕੀ ਹੋ ਜਾਏਗਾ, ਲਾਭ ਜਿਹੜੇ ਨੇ ਉਹ ਕੀ ਹੋ ਜਾਣਗੇ, ਘਟ ਜਾਣਗੇ। ਵੀ ਜੇ ਆਪਾਂ ਮੰਨ ਲਈਏ ਵੀ ਕਿਸੇ ਵਸਤੂ ਦੀ ਕੀਮਤ ਜਿਹੜੀ ਹੈ, ਕੀਮਤ ਵਸਤੂ ਦੀ ਕੀਮਤ ਉਹਦੇ 'ਚ ਕੋਈ ਬਦਲਾਵ ਨਹੀਂ ਆਇਆ, ਪਹਿਲਾਂ ਇੱਕ ਚੀਜ਼ ਮੰਨ ਲਓ 100 ਰੁਪਏ ਦੀ ਸੀ, ਹੁਣ ਵੀ 100 ਰੁਪਏ ਦੀ ਹੈ। ਹੁਣ ਉਤਪਾਦਨ ਦੇ ਸਾਧਨਾਂ ਨੇ ਕੀਮਤ ਵਧਾਤੀ, ਉਹਨਾਂ ਨਾਲ ਲਾਗਤ ਵੱਧ ਗਈ, ਪਰ ਕੀਮਤ ਉਨੀ ਹੈ ਵਸਤੂ ਦੀ, ਤਾਂ ਲਾਭ ਕੀ ਹੋ ਜਾਣਗੇ, ਘਟ ਜਾਣਗੇ। ਯਾਨੀ ਹੁਣ ਉਹ ਚੀਜ਼ ਜਿਹੜੀ ਹੈ ਉਹ ਇੱਕ ਫਰਮ ਵਾਸਤੇ ਪ੍ਰੋਫਿਟੇਬਲ ਲਾਭਦਾਇਕ ਨਹੀਂ ਰਹੇਗੀ, ਤਾਂ ਕੀ ਕਰੇਗੀ, ਉਹਦੀ ਪੂਰਤੀ ਪਹਿਲਾਂ ਨਾਲੋਂ ਘਟਾ ਦੇਗੀ। ਉਹ ਕਹੇਗਾ ਬਾਜ਼ਾਰ 'ਚ ਚੀਜ਼ ਭੇਜਦੇ ਪਿਆ, ਪਹਿਲਾਂ ਮੁਨਾਫਾ ਬੜਾ ਹੁੰਦਾ ਪਿਆ ਸੀ, ਹੁਣ ਉਤਪਾਦਨ ਦੇ ਸਾਧਨ ਤਾਂ ਮਹਿੰਗੇ ਹੋ ਗਏ। ਹੁਣ ਜੇ ਉਤਪਾਦਨ ਦੇ ਸਾਧਨ ਮਹਿੰਗੇ ਹੋ ਗਏ, ਲਾਗਤਾਂ ਸਾਡੀਆਂ ਵੱਧ ਗਈਆਂ, ਚੀਜ਼ ਦੀ ਕੀਮਤ ਸਾਡੀ ਵਧੀ ਕੋਈ ਨਹੀਂ, ਲਾਭ ਹੁਣ ਹੁੰਦੇ ਨਹੀਂ ਪਏ, ਪ੍ਰੋਫਿਟ ਸਾਨੂੰ ਮਿਲਦਾ ਨਹੀਂ ਪਿਆ, ਕੀ ਲੋੜ ਹੈ ਬਾਜ਼ਾਰ 'ਚ ਚੀਜ਼ ਭੇਜਣ ਦੀ, ਤਾਂ ਕੀ ਕਰਨਗੇ, ਉਸ ਵਸਤੂ ਦੀ ਪੂਰਤੀ ਜਿਹੜੀ ਹੈ ਉਹਨੂੰ ਕੀ ਕਰਨਗੇ, ਪਹਿਲਾਂ ਨਾਲੋਂ ਘਟਾ ਦੇਣਗੇ। ਉਲਟਾ ਜੇਕਰ ਮੰਨ ਲਓ ਵੀ ਉਤਪਾਦਨ ਦੇ ਸਾਧਨ ਜਿਹੜੇ ਨੇ ਉਹ ਹੋ ਜਾਂਦੇ ਨੇ ਪਹਿਲਾਂ ਨਾਲੋਂ ਸਸਤੇ, ਮਜ਼ਦੂਰ ਮਜ਼ਦੂਰੀਆਂ ਘਟਾ ਦਿੰਦੇ ਨੇ, ਪੂੰਜੀਪਤੀ ਵਿਆਜ ਘਟਾ ਦਿੰਦਾ ਹੈ, ਜਿਹਦੇ ਕੋਲ ਜ਼ਮੀਨ ਲੈਂਦੇ ਪਏ ਸੀ ਉਹ ਲਗਾਨ ਘਟਾ ਦਿੰਦਾ ਹੈ, ਤਾਂ ਕੀ ਹੋ ਜਾਏਗਾ, ਹੁਣ ਉਤਪਾਦਨ ਦੇ ਸਾਧਨ ਅਗਰ ਸਸਤੇ ਹੋਣਗੇ ਤਾਂ ਇੱਕ ਫਰਮ ਦੀ ਲਾਗਤ ਜਿਹੜੀ ਹੈ ਉਹ ਕੀ ਹੋ ਜਾਏਗਾ, ਘਟ ਜਾਏਗੀ। ਵੀ ਹੁਣ ਮਜ਼ਦੂਰ ਨੂੰ ਪੈਸੇ ਘੱਟ ਦੇਣੇ ਨੇ, ਜ਼ਮੀਨ ਵਾਲੇ ਨੂੰ ਘੱਟ ਲਗਾਨ ਦੇਣਾ ਹੈ, ਜਿਹੜਾ ਮਜ਼ਦੂਰਾਂ ਨੂੰ ਮਜ਼ਦੂਰੀ ਘੱਟ ਦੇਣੀ ਹੈ, ਤਾਂ ਲਾਗਤਾਂ ਘਟ ਗਈਆਂ। ਜੇਕਰ ਕੀਮਤ ਵਿੱਚ ਕੋਈ ਬਦਲਾਵ ਨਾ ਹੋਵੇ ਤਾਂ ਫਿਰ ਉਸ ਫਰਮ ਦੇ ਲਾਭ ਕੀ ਹੋ ਜਾਣਗੇ, ਵੱਧ ਜਾਣਗੇ, ਉਹਨਾਂ ਨੂੰ ਪ੍ਰੋਫਿਟ ਜ਼ਿਆਦਾ ਮਿਲਣਗੇ। ਜੇ ਪ੍ਰੋਫਿਟ ਜ਼ਿਆਦਾ ਮਿਲਣਗੇ ਤਾਂ ਫਿਰ ਫਰਮ ਕੀ ਕਰੇਗੀ, ਉਸ ਦੀ ਪੂਰਤੀ ਪਹਿਲਾਂ ਨਾਲੋਂ ਵਧਾ ਦੇਗੀ। ਕੰਪਨੀ ਨੂੰ ਲੱਗੇਗਾ ਕਿ ਲੈ ਵੀ ਹੁਣ ਤਾਂ ਬੜੇ ਮੁਨਾਫੇ ਹੁੰਦੇ ਪਏ ਨੇ, ਸਾਨੂੰ ਕੀ ਕਰਨਾ ਚਾਹੀਦਾ ਹੈ, ਚੀਜ਼ ਜ਼ਿਆਦਾ ਬਾਜ਼ਾਰ ਦੇ ਵਿੱਚ ਭੇਜਣੀ ਚਾਹੀਦੀ ਹੈ, ਤਾਂ ਕੀ ਹੋਏਗਾ, ਉਸ ਵਸਤੂ ਦੀ ਪੂਰਤੀ ਜਿਹੜੀ ਹੈ ਉਹ ਪਹਿਲਾਂ ਨਾਲੋਂ ਵੱਧ ਜਾਏਗੀ। ਫਿਰ ਹੁਣ ਇਹ ਤਾਂ ਸੀ ਉਤਪਾਦਨ ਦੇ ਸਾਧਨਾਂ ਦੀ ਕੀਮਤ। ਫਿਰ ਆਪਾਂ ਗੱਲ ਕਰਦੇ ਹਾਂ ਉਤਪਾਦਨ ਦੀ ਤਕਨੀਕ, ਵੀ ਆਪਾਂ ਉਤਪਾਦਨ ਵਾਸਤੇ ਕਿਹੜੀ ਤਕਨੀਕ ਜਿਹੜੀ ਹੈ ਉਹ ਵਰਤਦੇ ਪਏ ਆ। ਜੇਕਰ ਮੰਨ ਲਓ ਵੀ ਉਤਪਾਦਨ ਦੀ ਤਕਨੀਕ ਜਿਹੜੀ ਹੈ ਜੋ ਵੀ ਆਪਾਂ ਅਡਾਪਟ ਕੀਤੀ ਹੋਈ ਸੀ ਉਸ ਚੀਜ਼ ਨੂੰ ਬਣਾਉਣ ਵਾਸਤੇ, ਉਹ ਹੋ ਜਾਂਦੀ ਹੈ ਪਹਿਲਾਂ ਨਾਲੋਂ ਐਡਵਾਂਸ, ਪਹਿਲਾਂ ਨਾਲੋਂ ਵਧੀਆ ਹੋ ਜਾਂਦੀ ਹੈ। ਠੀਕ, ਫਿਰ ਕੀ ਹੋਏਗਾ,
ਜੇ ਉਤਪਾਦਨ ਦੀ ਤਕਨੀਕ ਪਹਿਲਾਂ ਨਾਲੋਂ ਵਧੀਆ ਹੋ ਜਾਂਦੀ ਹੈ ਤਾਂ ਫਿਰ ਕੀ ਹੋਏਗਾ, ਉਸ ਵਸਤੂ ਦੀ ਪੂਰਤੀ ਜਿਹੜੀ ਹੈ ਉਹ ਪਹਿਲਾਂ ਨਾਲੋਂ ਜ਼ਿਆਦਾ ਹੋਏਗੀ। ਕਿਉਂ ਜ਼ਿਆਦਾ ਹੋਏਗੀ? ਵੀ ਦੇਖੋ ਜਿਹੜੀ ਤੁਸੀਂ ਟੈਕਨੀਕ ਵਰਤੇ ਪਏ ਸੀ, ਹੁਣ ਉਹਦੇ ਨਾਲੋਂ ਐਡਵਾਂਸ ਮਸ਼ੀਨਾਂ ਆ ਗਈਆਂ। ਜੇ ਐਡਵਾਂਸ ਮਸ਼ੀਨਾਂ ਆਉਣਗੀਆਂ ਤਾਂ ਕੀ ਹੋਏਗਾ, ਉਤਪਾਦਨ ਪਹਿਲਾਂ ਨਾਲੋਂ ਜ਼ਿਆਦਾ ਹੋਏਗਾ। ਹੁਣ ਜੇ ਉਤਪਾਦਨ ਪਹਿਲਾਂ ਨਾਲੋਂ ਜ਼ਿਆਦਾ ਹੋਏਗਾ, ਚੀਜ਼ਾਂ ਪਹਿਲਾਂ ਨਾਲੋਂ ਜ਼ਿਆਦਾ ਬਣਨਗੀਆਂ, ਤਾਂ ਤੁਸੀਂ ਜਿਹੜੀਆਂ ਜ਼ਿਆਦਾ ਚੀਜ਼ਾਂ ਬਣੀਆਂ ਨੇ ਉਹਨਾਂ ਦੇ ਘਰੇ ਥੋੜੀ ਰੱਖੋਗੇ, ਤਾਂ ਬਾਜ਼ਾਰ 'ਚ ਵੇਚੋਗੇ ਕਿ ਨਹੀਂ ਵੇਚੋਗੇ? ਤਾਂ ਕੀ ਹੋਏਗਾ, ਪੂਰਤੀ ਵੀ ਕੀ ਹੋ ਜਾਏਗਾ, ਵੱਧ ਜਾਏਗੀ। ਠੀਕ ਹੈ, ਜੇ ਟੈਕਨੀਕ ਐਡਵਾਂਸ ਹੁੰਦੀ ਹੈ ਤਾਂ ਕੀ ਹੋਏਗਾ, ਪੂਰਤੀ ਜਿਹੜੀ ਹੈ ਪਹਿਲਾਂ ਨਾਲੋਂ ਵਧੇਗੀ। ਕਿਉਂ ਵਧੇਗੀ? ਕਿਉਂਕਿ ਉਹਦੇ ਨਾਲ ਉਤਪਾਦਨ ਦੀ ਮਾਤਰਾ ਜਿਹੜੀ ਹੈ ਉਹ ਵਧੇਗੀ। ਉਤਪਾਦਨ ਪਹਿਲਾਂ ਨਾਲੋਂ ਜ਼ਿਆਦਾ ਹੋਏਗਾ। ਜੇ ਉਤਪਾਦਨ ਪਹਿਲਾਂ ਨਾਲੋਂ ਜ਼ਿਆਦਾ ਹੋਏਗਾ ਤਾਂ ਪੂਰਤੀ ਵੀ ਪਹਿਲਾਂ ਨਾਲੋਂ ਜਿਹੜਾ ਹੈ ਉਹ ਜ਼ਿਆਦਾ ਹੋ ਜਾਏਗੀ। ਫਿਰ ਜਿਹੜਾ ਪੂਰਤੀ ਨੂੰ ਪ੍ਰਭਾਵਿਤ ਕਰਦਾ ਹੈ, ਦੇਖੋ ਇੱਕ ਤਾਂ ਸੀ ਉਤਪਾਦਨ ਦੇ ਸਾਧਨਾਂ ਦੀ ਕੀਮਤ। ਹੁਣ ਆਪਾਂ ਇੱਥੇ ਇੱਕ ਪੁਆਇੰਟ ਹੋਰ ਲਾ ਲੈਂਦੇ ਆ ਇਹਦੇ ਨਾਲ, ਉਹ ਹੈ ਉਤਪਾਦਨ ਦੇ ਸਾਧਨਾਂ ਦੀ ਮੌਜੂਦਗੀ। ਮੌਜੂਦਗੀ ਮਤਲਬ ਅਵੇਲੇਬਿਲਿਟੀ, ਵੀ ਕੀ ਉਤਪਾਦਨ ਦੇ ਸਾਧਨ ਮੌਜੂਦ ਹੈਗੇ ਨੇ। ਹੁਣ ਤੁਸੀਂ ਉਤਪਾਦਨ ਕਰਨਾ ਚਾਹੁੰਦੇ ਹੋ, ਹੁਣ ਉਤਪਾਦਨ ਕਰਨਾ ਚਾਹੁੰਦੇ ਹੋ ਤਾਂ ਉਹਦੇ ਵਾਸਤੇ ਕੀ ਚਾਹੀਦਾ ਹੈ, ਉਤਪਾਦਨ ਦੇ ਸਾਧਨ ਚਾਹੀਦੇ ਨੇ। ਜੇਕਰ ਮੰਨ ਲਓ ਤੁਹਾਡੇ ਕੋਲ ਉਤਪਾਦਨ ਦੇ ਸਾਧਨ ਹੀ ਨਹੀਂ ਹੈਗੇ, ਬਾਜ਼ਾਰ 'ਚ ਤੁਹਾਨੂੰ ਮਜ਼ਦੂਰ ਨਹੀਂ ਲੱਭਦਾ ਪਿਆ, ਬਾਜ਼ਾਰ ਤੁਹਾਨੂੰ ਪੈਸਾ ਨਹੀਂ ਮਿਲਦਾ ਪਿਆ, ਬਾਜ਼ਾਰ ਦੇ ਵਿੱਚ ਤੁਹਾਨੂੰ ਜਿਹੜਾ ਹੈ ਉਹ ਜ਼ਮੀਨ ਨਹੀਂ ਮਿਲਦੀ ਪਈ, ਤਾਂ ਫਿਰ ਜੇਕਰ ਤੁਹਾਡੇ ਕੋਲ ਉਤਪਾਦਨ ਦੇ ਸਾਧਨ ਹੀ ਨਹੀਂ ਹੈਗੇ ਤਾਂ ਫਿਰ ਉਤਪਾਦਨ ਕਿੱਥੋਂ ਕਰੋਗੇ? ਜੇ ਉਤਪਾਦਨ ਨਹੀਂ ਕਰੋਗੇ ਤਾਂ ਫਿਰ ਪੂਰਤੀ ਕਿੱਥੋਂ ਕਰੋਗੇ? ਤਾਂ ਉਤਪਾਦਨ ਦੇ ਸਾਧਨ ਜਿਹੜੇ ਨੇ ਉਹਨਾਂ ਦੀ ਜਿਹੜੀ ਮੌਜੂਦਗੀ ਹੈ ਉਹ ਵੀ ਕੀ ਕਰਦੀ ਹੈ, ਕਿਸੇ ਵਸਤੂ ਦੀ ਪੂਰਤੀ ਜਿਹੜੀ ਹੈ ਉਹਨੂੰ ਪ੍ਰਭਾਵਿਤ ਕਰਦੀ ਹੈ। ਜੇ ਤਾਂ ਤੁਹਾਨੂੰ ਉਤਪਾਦਨ ਦੇ ਸਾਧਨ ਜਿਹੜੇ ਨੇ ਇਹ ਆਰਾਮ ਨਾਲ ਮਿਲ ਜਾਂਦੇ ਨੇ, ਯਾਨੀ ਤੁਸੀਂ ਬਾਜ਼ਾਰ ਗਏ, ਉਹ ਕਹਿੰਦੇ ਮਜ਼ਦੂਰ ਜਿੰਨੇ ਮਰਜ਼ੀ ਲੈ ਜਾਓ ਜੀ, ਜ਼ਮੀਨ ਬਹੁਤ ਪਈ ਹੈ ਜੀ, ਪੈਸਾ ਜਿੰਨਾ ਮਰਜ਼ੀ ਲੈ ਜਾਓ ਜੀ, ਤਾਂ ਉਤਪਾਦਨ ਦੇ ਸਾਧਨ ਤਾਂ ਆਰਾਮ ਨਾਲ ਮੌਜੂਦ ਨੇ। ਜੇਕਰ ਉਤਪਾਦਨ ਦੇ ਸਾਧਨ ਆਰਾਮ ਨਾਲ ਮੌਜੂਦ ਨੇ ਤਾਂ ਕੀ ਹੋਏਗਾ, ਆਪਾਂ ਉਹਨਾਂ ਨੂੰ ਬੁਲਾਵਾਂਗੇ, ਉਹਨਾਂ ਨੂੰ ਆਪਾਂ ਕੰਮ ਤੇ ਲਾਵਾਂਗੇ, ਮਜ਼ਦੂਰ ਲਾਵਾਂਗੇ, ਪੈਸਾ ਲਾਵਾਂਗੇ, ਜ਼ਮੀਨ ਲਾਵਾਂਗੇ, ਉਦਮਕਰਤਾ ਲਾਵਾਂਗੇ, ਤਾਂ ਪੂਰਤੀ ਨੂੰ ਆਪਾਂ ਵਧਾ ਸਕਦੇ ਹਾਂ। ਪਰ ਜੇਕਰ ਉਤਪਾਦਨ ਦੇ ਸਾਧਨ ਮੌਜੂਦ ਨਹੀਂ ਹੈਗੇ ਤਾਂ ਫਿਰ ਆਪਾਂ ਕੀ ਕਰਾਂਗੇ, ਫਿਰ ਆਪਾਂ ਉਤਪਾਦਨ ਨਹੀਂ ਵਧਾ ਸਕਦੇ। ਜੇ ਆਪਾਂ ਉਤਪਾਦਨ ਨਹੀਂ ਵਧਾ ਸਕਦੇ ਤਾਂ ਫਿਰ ਆਪਾਂ ਪੂਰਤੀ ਵੀ ਜਿਹੜੀ ਹੈ ਉਹਨੂੰ ਆਪਾਂ ਨਹੀਂ ਵਧਾ ਸਕਦੇ। ਉਸ ਤੋਂ ਬਾਅਦ 8ਵਾਂ ਪੁਆਇੰਟ ਆਪਾਂ ਇੱਥੇ ਲਿਖਣ ਲੱਗੇ ਆ। ਨੈਕਸਟ ਪੁਆਇੰਟ ਆਪਣੇ ਕੋਲ 8th ਪੁਆਇੰਟ ਜਿਹੜਾ ਹੈ ਉਹ ਆ ਜਾਂਦਾ ਹੈ, ਉਹ ਹੈ ਭਵਿੱਖ ਵਿੱਚ ਕੀਮਤ ਸੰਬੰਧੀ ਸੰਭਾਵਨਾ। ਮਤਲਬ ਤੁਹਾਨੂੰ ਇੱਕ ਪੂਰਤੀ ਕਰਤਾ ਹੋਣ ਦੇ ਨਾਤੇ, ਦੇਖੋ ਤੁਸੀਂ ਪੂਰਤੀ ਕਰਨੀ ਹੈ, ਤੁਸੀਂ ਕੀ ਸੋਚਦੇ ਹੋ ਵੀ ਜੋ ਤੁਹਾਡੀ ਚੀਜ਼ ਹੈ ਆਉਣ ਵਾਲੇ ਟਾਈਮ ਦੇ ਵਿੱਚ ਉਹਦੀ ਕੀਮਤ ਨਾਲ ਕੀ ਹੋਣ ਵਾਲਾ ਹੈ। ਠੀਕ, ਤੁਸੀਂ ਇੱਕ ਚੀਜ਼ ਬਣਾ ਰਹੇ ਹੋ, ਬਣਾ ਕੇ ਬਾਜ਼ਾਰ ਦੇ ਵਿੱਚ ਉਹਦੀ ਪੂਰਤੀ ਕਰ ਰਹੇ ਹੋ। ਠੀਕ, ਤੁਹਾਨੂੰ ਕੀ ਲੱਗਦਾ ਹੈ ਵੀ ਤੁਹਾਡੀ ਜਿਹੜੀ ਚੀਜ਼ ਹੈ, ਜਿਹੜੀ ਤੁਸੀਂ ਅੱਜ ਵੇਚਦੇ ਪਏ ਹੋ, ਉਹਦੀ ਕੀਮਤ ਜਿਹੜੀ ਹੈ ਆਉਣ ਵਾਲੇ ਟਾਈਮ 'ਚ ਉਹਦੀ ਕੀਮਤ ਨਾਲ ਕੀ ਹੋਣ ਵਾਲਾ ਹੈ? ਹੁਣ ਦੋ ਗੱਲਾਂ ਹੋ ਸਕਦੀਆਂ ਨੇ, ਜਾਂ ਤਾਂ ਆਉਣ ਵਾਲੇ ਟਾਈਮ ਦੇ ਵਿੱਚ ਤੁਹਾਡੀ ਵਸਤੂ ਦੀ ਜਿਹੜੀ ਕੀਮਤ ਹੈ ਉਹ ਘਟ ਸਕਦੀ ਹੈ ਤੇ ਜਾਂ ਵੱਧ ਸਕਦੀ ਹੈ, ਐਵੇਂ ਹੋਏਗਾ। ਜੇ ਤਾਂ ਤੁਹਾਨੂੰ ਲੱਗਦਾ ਹੈ ਵੀ ਆਉਣ ਵਾਲੇ ਟਾਈਮ ਦੇ ਵਿੱਚ ਤੁਹਾਡੀ ਵਸਤੂ ਦੀ ਕੀਮਤ ਜਿਹੜੀ ਹੈ ਉਹ ਵੱਧ ਸਕਦੀ ਹੈ, ਫਿਰ ਕੀ ਕਰੋਗੇ? ਸੋਚੋ, ਲਗਾਓ ਦਿਮਾਗ। ਹੁਣ ਤੁਹਾਨੂੰ ਲੱਗਦਾ ਪਿਆ ਵੀ ਆਉਣ ਵਾਲੇ ਟਾਈਮ 'ਚ ਸਾਡੀ ਚੀਜ਼ ਮਹਿੰਗੀ ਹੋਣ ਵਾਲੀ ਹੈ, ਫਿਰ ਆਪਾਂ ਕੀ ਕਰਾਂਗੇ? ਫਿਰ ਅੱਜ ਦੀ ਤਰੀਕ ਦੇ ਵਿੱਚ ਨਾ, ਅੱਜ ਦੀ ਤਰੀਕ ਵਿੱਚ ਆਪਾਂ ਕੀ ਕਰਾਂਗੇ? ਆਪਾਂ ਨੂੰ ਘੱਟ ਵੇਚਾਂਗੇ ਵੀ ਲੈ ਵੀ ਆਉਣ ਵਾਲੇ ਟਾਈਮ 'ਚ ਨਾ 2-4 ਦਿਨਾਂ ਤੱਕ ਇਹਦੀ ਕੀਮਤ ਵਧਣ ਵਾਲੀ ਹੈ, ਫਿਰ ਆਪਾਂ ਕੀ ਕਰਾਂਗੇ? ਜਦੋਂ ਕੀਮਤ ਵਧੇਗੀ ਨਾ ਉਦੋਂ ਵੇਚਾਂਗੇ। ਤਾਂ ਹੁਣ ਕੀ ਕਰਾਂਗੇ? ਹੁਣ ਆਪਾਂ ਉਹਦੀ ਪੂਰਤੀ ਜਿਹੜੀ ਹੈ ਉਹ ਘੱਟ ਕਰਾਂਗੇ, ਤਾਂ ਕਿ ਜਦੋਂ ਆਉਣ ਵਾਲੇ ਟਾਈਮ ਦੇ ਵਿੱਚ ਉਹਦੀ ਕੀਮਤ ਵੱਧ ਜਾਵੇ ਆਪਾਂ ਉਦੋਂ ਵੇਚੀਏ ਤੇ ਆਦੇ ਲਾਭ ਜਿਹੜੇ ਨੇ ਉਹਨੂੰ ਵੱਧ ਤੋਂ ਵੱਧ ਕਰ ਲਈਏ। ਪਰ ਜੇਕਰ ਤੁਹਾਨੂੰ ਲੱਗਦਾ ਹੈ ਵੀ ਜਿਹੜੀ ਚੀਜ਼ ਤੁਸੀਂ ਵੇਚ ਰਹੇ ਹੋ ਆਉਣ ਵਾਲੇ ਟਾਈਮ ਦੇ ਵਿੱਚ ਉਹ ਚੀਜ਼ ਹੋਣ ਵਾਲੀ ਹੈ ਪਹਿਲਾਂ ਨਾਲੋਂ ਸਸਤੀ, ਫਿਰ ਕੀ ਕਰੋਗੇ? ਤੁਹਾਨੂੰ ਲੱਗੇਗਾ ਯਾਰ ਆਉਣ ਵਾਲੇ ਟਾਈਮ 'ਤੇ ਸਸਤੀ ਹੋ ਜਾਣਾ ਨੇ, ਠੀਕ ਹੈ, ਉਦੋਂ ਨੁਕਸਾਨ ਹੋਏਗਾ, ਤਾਂ ਹੁਣੇ ਜਿੰਨੀ ਵੇਚ ਸਕਦੇ ਹੋ ਨਾ ਤਾਂ ਵੇਚ ਲਓ ਫਟਾਫਟ, ਤਾਂ ਕਿ ਆਪਾਂ ਆਉਣ ਵਾਲੇ ਟਾਈਮ ਦੇ ਵਿੱਚ ਉਹਨੂੰ ਸਸਤਾ ਨਾ ਵੇਚਣਾ ਪਵੇ। ਤਾਂ ਕੀ ਹੋਏਗਾ? ਹੁਣ ਅੱਜ ਦੇ ਟਾਈਮ 'ਚ ਕੀ ਹੋਏਗਾ? ਉਹਦੀ ਪੂਰਤੀ ਜਿਹੜੀ ਹੈ ਉਹ ਕੀ ਹੋਏਗਾ? ਜ਼ਿਆਦਾ ਹੋਏਗੀ। ਇਹਨੂੰ ਆਪਾਂ ਇੱਕ ਐਗਜ਼ਾਮਪਲ ਨਾਲ ਸਮਝਦੇ ਹਾਂ। ਮੰਨ ਲਓ ਟੀਵੀ ਤੇ ਨਿਊਜ਼ ਆ ਗਈ ਵੀ ਸਵੇਰੇ ਪੈਟਰੋਲ ਜਿਹੜਾ ਨਾ 5 ਰੁਪਏ ਲੀਟਰ ਮਹਿੰਗਾ ਹੋਣ ਵਾਲਾ ਹੈ, ਤਾਂ ਹੁਣ ਕੀ ਹੋਏਗਾ? ਜਿੰਨੇ ਪੈਟਰੋਲ ਪੰਪ ਵਾਲੇ ਨੇ ਪਤਾ ਕੀ ਕਰਨਗੇ? ਸਾਰੇ ਪੈਟਰੋਲ ਪੰਪ ਨੂੰ ਤਾਲਾ ਮਾਰ ਕੇ ਘਰ ਚਲੇ ਜਾਣਗੇ। ਕਿਉਂ? ਕਿਉਂਕਿ ਉਹਨੂੰ ਪਤਾ ਲੱਗ ਗਿਆ ਵੀ ਸਵੇਰੇ ਪੈਟਰੋਲ 5 ਰੁਪਏ ਲੀਟਰ ਮਹਿੰਗਾ ਹੋਣ ਵਾਲਾ ਹੈ। ਉਹਨੂੰ ਲੱਗੇਗਾ ਵੀ ਜਿੰਨਾ ਮੇਰੇ ਕੋਲ ਪੈਟਰੋਲ ਪਿਆ, ਜੇ ਮੈਂ ਹੁਣ ਵੇਚਿਆ ਤਾਂ ਫਿਰ ਤਾਂ ਮੈਨੂੰ ਸਸਤਾ ਵੇਚਣਾ ਪਏਗਾ।
ਇਹੀ ਪੈਟਰੋਲ ਸਵੇਰੇ ਮੈਂ 5 ਰੁਪਏ ਲੀਟਰ ਜ਼ਿਆਦਾ ਵੇਚਾਂਗਾ ਤਾਂ ਮੈਨੂੰ ਤਾਂ ਫਾਇਦਾ ਹੋਏਗਾ। ਸਵੇਰੇ ਕੀ ਕਰੇਗਾ, ਪੈਟਰੋਲ ਬਾਅਦ ਪੰਪ ਕਰੇਗਾ ਬੰਦ ਤੇ ਘਰ ਚਲਾ ਜਾਏਗਾ, ਯਾਨੀ ਪੂਰਤੀ ਅੱਜ ਦੀ ਡੇਟ ਦੇ ਵਿੱਚ ਕੀ ਕਰੇਗਾ, ਘਟਾ ਦੇਗਾ। ਠੀਕ ਹੈ ਨਾ, ਤਾਂ ਕਿ ਆਉਣ ਵਾਲੇ ਟਾਈਮ ਦੇ ਵਿੱਚ ਉਹੀ ਚੀਜ਼ ਜਿਹੜੀ ਹੈ ਉਹ ਮਹਿੰਗੀ ਵੇਚ ਸਕੇ। ਉਲਟਾ ਜੇ ਮੰਨ ਲਓ ਟੀਵੀ ਤੇ ਨਿਊਜ਼ ਆ ਗਈ ਵੀ ਲੈ ਵੀ ਸਵੇਰੇ ਪੈਟਰੋਲ 5 ਰੁਪਏ ਲੀਟਰ ਸਸਤਾ ਹੋਣ ਵਾਲਾ ਹੈ, ਉਹਨੂੰ ਲੱਗਿਆ ਵੀ ਹੁਣ ਜਿੰਨਾ ਅੱਜ ਵੇਚਣਾ ਵੇਚ ਲਓ, ਸਵੇਰੇ ਅਈਓ ਪੈਟਰੋਲ ਮੈਨੂੰ 5 ਰੁਪਏ ਲੀਟਰ ਘੱਟ ਵੇਚਣਾ ਪੈਣਾ, ਤਾਂ ਕੀ ਕਰੇਗਾ, ਰਾਤੀ 12 ਵਜੇ ਤੱਕ ਬੈਠਾ ਰਹੇਗਾ ਵੀ ਲੈ ਵੀ ਜਿੰਨਾ ਵੇਚ ਸਕਦਾ ਨਾ 5 ਰੁਪਏ ਲੀਟਰ ਵੱਧ ਵੇਚ ਲਵਾਂ, ਸਵੇਰੇ ਇਹੀ ਪੈਟਰੋਲ ਮੈਨੂੰ 5 ਰੁਪਏ ਲੀਟਰ ਘੱਟ ਵੇਚਣਾ ਪਏਗਾ, ਐਵੇਂ ਫालतू ਚ ਨੁਕਸਾਨ ਹੋਏਗਾ। ਕੀ ਲੋੜ ਹੈ? ਤਾਂ ਜੇਕਰ ਲੱਗਦਾ ਹੈ ਕਿ ਆਉਣ ਵਾਲੇ ਟਾਈਮ ਦੇ ਵਿੱਚ ਜਿਹੜੀ ਤੁਹਾਡੀ ਵਸਤੂ ਦੀ ਕੀਮਤ ਹੈ ਉਹ ਕੀ ਹੈ, ਉਹ ਘਟਣ ਵਾਲੀ ਹੈ, ਤਾਂ ਕੀ ਹੋਏਗਾ, ਤੁਸੀਂ ਹੁਣ ਵਸਤੂ ਨੂੰ ਜ਼ਿਆਦਾ ਵੇਚਣਾ ਪ੍ਰੈਫਰ ਕਰੋਗੇ। ਕੀ ਹੋਏਗਾ, ਪੂਰਤੀ ਜ਼ਿਆਦਾ ਕਰੋਗੇ। ਜੇ ਲੱਗਦਾ ਹੈ ਵੀ ਆਉਣ ਵਾਲੇ ਟਾਈਮ 'ਚ ਚੀਜ਼ ਮਹਿੰਗੀ ਹੋਣ ਵਾਲੀ ਹੈ ਤਾਂ ਤੁਹਾਨੂੰ ਲੱਗੇਗਾ ਆਉਣ ਵਾਲੇ ਟਾਈਮ ਮਹਿੰਗੀ ਹੋਏਗੀ ਤਾਂ ਫਾਇਦੇ ਹੋਣਗੇ, ਤਾਂ ਆਉਣ ਵਾਲੇ ਟਾਈਮ 'ਚ ਵੇਚਾਂਗੇ, ਹੁਣ ਕੋਈ ਨਹੀਂ ਵੇਚਦੇ, ਤਾਂ ਕੀ ਹੋਏਗਾ, ਆਉਣ ਵਾਲੇ ਟਾਈਮ ਦੇ ਵਿੱਚ ਤੁਸੀਂ ਕੀ ਕਰੋਗੇ, ਉਹਦੀ ਪੂਰਤੀ ਜ਼ਿਆਦਾ ਕਰਨੀ ਹੈ ਤਾਂ ਹੁਣ ਐਟ ਪ੍ਰੈਜ਼ੈਂਟ ਕੀ ਕਰੋਗੇ, ਉਹਦੀ ਪੂਰਤੀ ਜਿਹੜੀ ਹੈ ਉਹ ਘੱਟ ਕਰੋਗੇ। ਉਸ ਤੋਂ ਬਾਅਦ ਜਿਹੜੀ ਪੂਰਤੀ ਜਿਹੜੀ ਹੈ ਉਹ ਪ੍ਰਭਾਵਿਤ ਕਰਦੀ ਹੈ ਸਰਕਾਰੀ ਨੀਤੀ ਤੇ, ਵੀ ਸਰਕਾਰ ਕੀ ਚਾਹੁੰਦੀ ਹੈ ਵੀ ਤੁਹਾਡੀ ਵਸਤੂ ਦੀ ਜਿਹੜੀ ਪੂਰਤੀ ਹੈ ਨਾ ਉਹ ਕਿੰਨੀ ਹੋਣੀ ਚਾਹੀਦੀ ਹੈ। ਜੇ ਮੰਨ ਲਓ ਸਰਕਾਰ ਕਹਿੰਦੀ ਹੈ ਵੀ ਨਾ ਤੁਹਾਡੀ ਵਸਤੂ ਦੀ ਪੂਰਤੀ ਨਹੀਂ ਹੋਣ ਦੇਣੀ, ਮਤਲਬ ਤੁਹਾਡੀ ਵਸਤੂ ਇੱਕ ਲਿਮਿਟ ਤੋਂ ਜ਼ਿਆਦਾ ਬਾਜ਼ਾਰ 'ਚ ਨਹੀਂ ਆਉਣ ਦੇਣੀ, ਫਿਰ ਸਰਕਾਰ ਕੀ ਕਰੇਗੀ, ਸਰਕਾਰ ਉਹਦੇ ਵਾਸਤੇ ਲਾਇਸੈਂਸ ਜਾਰੀ ਕਰ ਸਕਦੀ ਹੈ। ਵੀ ਸਰਕਾਰ ਕਹੇਗੀ ਦੇਖੋ ਬਈ ਜਿੰਦੇ ਕੋਲ ਲਾਇਸੈਂਸ ਹੈਗਾ ਨਾ ਬਸ ਉਹੀ ਬੰਦਾ ਚੀਜ਼ ਬਣਾਏਗਾ, ਬਾਕੀਆਂ ਨੂੰ ਅਸੀਂ ਬਣਾ ਨਹੀਂ ਦੇਣੀ। ਜਿਨ੍ਹਾਂ ਨੂੰ ਲਾਇਸੈਂਸ ਦੇਵੇਗੀ ਉਹਨਾਂ ਵਾਸਤੇ ਵੀ ਕੀ ਕਰੇਗੀ, ਕੁਆਂਟੀਟੀ ਫਿਕਸ ਕਰ ਦੇਗੀ, ਲੈ ਵੀ ਇਸ ਤੋਂ ਜ਼ਿਆਦਾ ਚੀਜ਼ ਨਹੀਂ ਬਣਾਣੀ। ਮੰਨ ਲਓ ਸਰਕਾਰ ਕਹਿੰਦੀ ਸਿਗਰਟ ਹੈ, ਸ਼ਰਾਬ ਹੈ, ਤੰਬਾਕੂ ਜਰਦੇ ਹੈ, ਇਹ ਚੀਜ਼ਾਂ ਅਗਰ ਜ਼ਿਆਦਾ ਬਣਨਗੀਆਂ ਤਾਂ ਕੀ ਹੋਏਗਾ, ਲੋਕੀ ਇਹਨਾਂ ਨੂੰ ਵਰਤਣਗੇ, ਲੋਕਾਂ ਦੀ ਸਿਹਤ ਖਰਾਬ ਹੋਏਗੀ, ਤਾਂ ਕੱਲ ਨੂੰ ਕੀ ਹੋਏਗਾ, ਆਪਣੇ ਲੋਕਾਂ ਦਾ ਜੀਵਨ ਪੱਧਰ ਜਿਹੜਾ ਉਹ ਕੀ ਹੋ ਜਾਏਗਾ, ਨੀਵਾਂ ਹੋ ਜਾਏਗਾ, ਲੋਕੀ ਬਿਮਾਰ ਹੋਣਗੇ, ਬਿਮਾਰੀਆਂ ਲੱਗ ਜਾਣਗੀਆਂ, ਕੈਂਸਰ ਹੋ ਜਾਊਗਾ, ਗਲਾ ਜਿਹੜਾ ਉਹ ਖਰਾਬ ਹੋ ਸਕਦਾ ਹੈ, ਬੜੀਆਂ ਪ੍ਰੋਬਲਮਸ ਹੋ ਸਕਦੀਆਂ ਨੇ। ਤਾਂ ਸਰਕਾਰ ਚਾਹੁੰਦੀ ਹੈ ਸ਼ਰਾਬ ਹੈ, ਤੰਬਾਕੂ ਜਰਦੇ ਹੈ ਜਾਂ ਸਿਗਰਟ ਹੈ, ਬੀੜੀ ਹੈ, ਇਹ ਜਿਹੀਆਂ ਚੀਜ਼ਾਂ ਨਾ ਬਾਜ਼ਾਰ 'ਚ ਜ਼ਿਆਦਾ ਨਹੀਂ ਆਉਣ ਦੇਣੀਆਂ। ਤਾਂ ਫਿਰ ਸਰਕਾਰ ਕੀ ਕਰ ਸਕਦੀ ਹੈ, ਸਰਕਾਰ ਕਹੀਂ ਕਰੋ ਟੈਕਸ ਲਾ ਦਿਓ ਇਹਨਾਂ ਚੀਜ਼ਾਂ ਤੇ, ਇਹਨਾਂ ਨੂੰ ਇੰਨਾ ਕੁ ਮਹਿੰਗਾ ਕਰ ਦਿਓ ਕਿ ਉਹਨੂੰ ਖਰੀਦੇ ਹੀ ਨਾ। ਤਾਂ ਕੀ ਹੋਏਗਾ, ਸਰਕਾਰ ਕੀ ਕਰੇਗੀ, ਸ਼ਰਾਬ ਤੇ ਬਹੁਤ ਜ਼ਿਆਦਾ ਟੈਕਸ ਲਾ ਦੇਗੀ, ਬੀੜੀ ਸਿਗਰਟ ਤੰਬਾਕੂ ਜਰਦੇ ਬੜੇ ਮਹਿੰਗੇ ਕਰ ਦੇਗੀ, ਤਾਂ ਕਿ ਜਿਹੜੇ ਲੋਕ ਨੇ ਉਹ ਇਹਨਾਂ ਨੂੰ ਨਾ ਖਰੀਦਣ। ਤਾਂ ਕੀ ਹੋਏਗਾ, ਜੇ ਲੋਕੀ ਖਰੀਦਣਗੇ ਹੀ ਨਹੀਂ ਤਾਂ ਫਿਰ ਬਣਾਉਣ ਵਾਲੇ ਉਹਨੂੰ ਘੱਟ ਬਣਾਉਣਗੇ, ਤਾਂ ਪੂਰਤੀ ਕੀ ਹੋ ਜਾਏਗਾ, ਘੱਟ ਹੋ ਜਾਏਗੀ। ਪਰ ਜੇਕਰ ਸਰਕਾਰ ਚਾਹੁੰਦੀ ਹੈ ਵੀ ਤੁਹਾਡੀ ਚੀਜ਼ ਜਿਹੜੀ ਹੈ ਨਾ ਇਹ ਤਾਂ ਬੜੀ ਫਾਇਦੇਮੰਦ ਹੈ ਸਮਾਜ ਵਾਸਤੇ, ਇਹ ਤਾਂ ਬਹੁਤ ਜ਼ਿਆਦਾ ਬਣਨੀ ਚਾਹੀਦੀ ਹੈ, ਫਿਰ ਕੀ ਕਰੇਗੀ ਸਰਕਾਰ, ਤੁਹਾਨੂੰ ਖੁੱਲੀ ਛੂਟ ਦੇ ਦੇਗੀ, ਜਾਓ ਜਿੰਨੀ ਮਰਜ਼ੀ ਬਣਾਓ, ਕੋਈ ਲਾਇਸੈਂਸ ਦੀ ਲੋੜ ਨਹੀਂ ਹੈਗੀ, ਜਿੰਨਾ ਤੁਸੀਂ ਬਣਾਉਣਾ ਚਾਹੁੰਦੇ ਹੋ ਉਨੀਆਂ ਚੀਜ਼ਾਂ ਬਣਾਓ, ਜਿੰਨੀਆਂ ਵੇਚਣਾ ਚਾਹੁੰਦੇ ਹੋ ਉਨੀਆਂ ਚੀਜ਼ਾਂ ਵੇਚੋ। ਤਾਂ ਕੀ ਹੋਏਗਾ, ਪੂਰਤੀ ਜਿਹੜੀ ਹੈ ਉਹ ਜ਼ਿਆਦਾ ਹੋਏਗੀ। ਤਾਂ ਤੁਹਾਡੀ ਵਸਤੂ ਕਿੰਨੀ ਮਾਤਰਾ ਦੇ ਵਿੱਚ ਬਾਜ਼ਾਰ ਦੇ ਵਿੱਚ ਆਏਗੀ, ਇਹਨੂੰ ਕੌਣ ਨਿਰਧਾਰਿਤ ਕਰੇਗਾ, ਇਹਨੂੰ ਸਰਕਾਰ ਦੀ ਨੀਤੀ ਜਿਹੜੀ ਹੈ ਉਹ ਵੀ ਨਿਰਧਾਰਿਤ ਕਰੇਗੀ। ਤਾਂ ਇਹ ਸਾਰੇ ਤੱਤ ਜਿਹੜੇ ਨੇ ਉਹ ਕੀ ਕਰਦੇ ਹੈ, ਉਹ ਕਿਸੇ ਵੀ ਵਸਤੂ ਦੀ ਪੂਰਤੀ ਜਿਹੜੀ ਹੈ ਉਹਨੂੰ ਪ੍ਰਭਾਵਿਤ ਕਰਦੇ ਹੈ। ਕਿਹੜੇ ਕਿਹੜੇ ਆ ਜਾਣਗੇ, ਉਸ ਵਸਤੂ ਦੀ ਆਪਣੀ ਕੀਮਤ ਆ ਜਾਏਗੀ, ਉਸ ਵਸਤੂ ਦੇ ਨਾਲ ਜਿਹੜੀਆਂ ਸੰਬੰਧਿਤ ਵਸਤੂਆਂ ਨੇ ਉਹਨਾਂ ਦੀ ਕੀਮਤ ਆ ਜਾਏਗੀ, ਫਰਮਾਂ ਦੀ ਗਿਣਤੀ ਆ ਜਾਏਗੀ, ਫਰਮ ਦਾ ਉਦੇਸ਼ ਕੀ ਹੈ, ਫਰਮ ਦਾ ਉਦੇਸ਼ ਜਿਹੜਾ ਹੈ ਉਹ ਆਪਣੇ ਲਾਭ ਨੂੰ ਵੱਧ ਤੋਂ ਵੱਧ ਕਰਨਾ ਹੈ ਜਾਂ ਆਪਣੀ ਵਿਕਰੀ ਨੂੰ ਵੱਧ ਤੋਂ ਵੱਧ ਕਰਨਾ ਹੈ। ਫਿਰ ਉਤਪਾਦਨ ਦੇ ਸਾਧਨਾਂ ਦੀ ਕੀਮਤ ਕੀ ਹੈ, ਘਟ ਰਹੀ ਹੈ ਕਿ ਵੱਧ ਰਹੀ ਹੈ। ਫਿਰ ਉਤਪਾਦਨ ਦੀ ਤਕਨੀਕ ਜਿਹੜੀ ਹੈ ਅਗਰ ਪਹਿਲਾਂ ਨਾਲੋਂ ਚੰਗੀ ਹੋਈ ਹੈ ਕਿ ਮਾੜੀ ਹੋਈ ਹੈ। ਫਿਰ ਉਤਪਾਦਨ ਦੇ ਸਾਧਨ ਜਿਹੜੇ ਨੇ ਉਹ ਕਿੰਨੀ ਮਾਤਰਾ ਦੇ ਵਿੱਚ ਮੌਜੂਦ ਨੇ, ਹੈਗੇ ਵੀ ਨੇ ਕਿ ਨਹੀਂ ਹੈਗੇ। ਠੀਕ, ਫਿਰ ਆਉਣ ਵਾਲੇ ਟਾਈਮ 'ਚ ਤੁਸੀਂ ਕੀ ਸੋਚਦੇ ਹੋ ਵੀ ਤੁਹਾਡੀ ਵਸਤੂ ਜਿਹੜੀ ਹੈ ਉਹਦੀ ਕੀਮਤ ਦੇ ਨਾਲ ਕੀ ਹੋਣ ਵਾਲਾ ਹੈ, ਤੇ ਸਰਕਾਰ ਤੁਹਾਡੀ ਵਸਤੂ ਬਾਰੇ ਕੀ ਸੋਚੀ ਬੈਠੀ ਹੈ ਵੀ ਤੁਹਾਡੀ ਵਸਤੂ ਦੀ ਪੂਰਤੀ ਹੋਣ ਦੇਣੀ ਹੈ ਜਾਂ ਨਹੀਂ ਹੋਣ ਦੇਣੀ। ਇਹਨਾਂ ਸਾਰੀਆਂ ਚੀਜ਼ਾਂ ਦੇ ਉੱਪਰ ਕਿਸੇ ਵਸਤੂ ਦੀ ਪੂਰਤੀ ਜਿਹੜੀ ਹੈ ਉਹ ਕੀ ਹੋਏਗਾ, ਉਹ ਨਿਰਭਰ ਕਰੇਗੀ। ਠੀਕ ਹੈ, ਤਾਂ ਇਹ ਹੋ ਗਏ ਆਪਣੇ ਕੋਲ ਕਿਸੇ ਵੀ ਵਸਤੂ ਦੀ ਪੂਰਤੀ ਨੂੰ ਨਿਰਧਾਰਿਤ ਕਰਨ ਵਾਲੇ ਤੱਤ। ਤਾਂ ਹੁਣ ਆਪਾਂ ਇਹਨਾਂ ਦੇ ਬੇਸ ਤੇ ਹੀ ਕੀ ਕਰਦੇ ਆ, ਆਪਾਂ ਇਹਨਾਂ ਦੇ ਬੇਸ ਤੇ ਬਣਾਉਂਦੇ ਆ ਪੂਰਤੀ ਦਾ ਨਿਯਮ। ਜਿਵੇਂ ਆਪਾਂ ਮੰਗ ਦਾ ਨਿਯਮ ਬਣਾਇਆ ਸੀ, ਠੀਕ ਉਸੇ ਤਰ੍ਹਾਂ ਆਪਾਂ ਕੀ ਕਰਨ ਜਾ ਰਹੇ ਹਾਂ, ਆਪਾਂ ਹੁਣ ਪੂਰਤੀ ਦਾ ਨਿਯਮ
ਜਿਹੜਾ ਹੈ ਉਹ ਬਣਾਉਣ ਜਾ ਰਹੇ ਹਾਂ। ਤਾਂ ਆਮ ਤੌਰ ਤੇ ਇਹ ਗੱਲ ਮੈਂ ਵੈਸੇ ਜਦੋਂ ਮੰਗ ਦਾ ਨਿਯਮ ਕਰਾਇਆ ਸੀ, ਮੈਂ ਉਦੋਂ ਵੀ ਗੱਲ ਕੀਤੀ ਸੀ ਵੀ ਆਮ ਤੌਰ ਤੇ ਜਦੋਂ ਬੱਚੇ ਪੂਰਤੀ ਦਾ ਨਿਯਮ ਲਿਖਦੇ ਆ ਨਾ ਤਾਂ ਲਿਖਣ ਲੱਗਾ ਗਲਤੀ ਕਰ ਜਾਂਦੇ ਆ। ਗਲਤੀ ਕੀ ਕਰਦੇ ਆ? ਉਹ ਲਿਖਣਗੇ ਜੀ ਹਾਂਜੀ ਪੂਰਤੀ ਦਾ ਨਿਯਮ ਕੀ ਹੁੰਦਾ? ਉਹ ਕਹਿਣਗੇ ਜੀ ਪੂਰਤੀ ਦਾ ਨਿਯਮ ਕਹਿੰਦਾ ਹੈ ਵੀ ਜਦੋਂ ਕਿਸੇ ਵਸਤੂ ਦੀ ਕੀਮਤ ਵੱਧ ਜਾਂਦੀ ਹੈ ਤਾਂ ਉਹਦੀ ਪੂਰਤੀ ਵੱਧ ਜਾਂਦੀ ਹੈ, ਜਦੋਂ ਕਿਸੇ ਵਸਤੂ ਦੀ ਕੀਮਤ ਘਟ ਜਾਂਦੀ ਹੈ ਤਾਂ ਪੂਰਤੀ ਘਟ ਜਾਂਦੀ ਹੈ। ਠੀਕ, ਜੇ ਤੁਸੀਂ ਐਵੇਂ ਲਿਖਤਾ ਵੀ ਪੂਰਤੀ ਦਾ ਨਿਯਮ ਇਹ ਕਹਿੰਦਾ ਹੈ ਕਿ ਕਿਸੇ ਵਸਤੂ ਦੀ ਕੀਮਤ ਅਤੇ ਪੂਰਤੀ ਦੇ ਵਿੱਚ ਸਿੱਧਾ ਸੰਬੰਧ ਪਾਇਆ ਜਾਂਦਾ ਹੈ, ਕਿਸੇ ਵਸਤੂ ਦੀ ਕੀਮਤ ਦੇ ਵਧਣ ਤੇ ਪੂਰਤੀ ਵੱਧ ਜਾਂਦੀ ਹੈ ਤੇ ਕਿਸੇ ਵਸਤੂ ਦੀ ਕੀਮਤ ਦੇ ਘਟਣ ਤੇ ਪੂਰਤੀ ਘਟ ਜਾਂਦੀ ਹੈ। ਜੇ ਤੁਸੀਂ ਐਵੇਂ ਲਿਖਤਾ ਤਾਂ ਤੁਹਾਡਾ ਪੂਰਤੀ ਦਾ ਨਿਯਮ ਗਲਤ। ਕਿਉਂ? ਤੁਸੀਂ ਕੀ ਬੋਲਿਆ? ਤੁਸੀਂ ਕਿਹਾ ਵੀ ਜਦੋਂ ਕਿਸੇ ਵਸਤੂ ਦੀ ਕੀਮਤ ਵਧੇਗੀ ਤਾਂ ਹੀ ਉਹਦੀ ਪੂਰਤੀ ਵਧੇਗੀ। ਠੀਕ ਹੈ, ਇਹ ਬੋਲਿਆ ਨਾ। ਹੁਣ ਸੋਚੋ, ਮੰਨ ਲਓ ਮੈਂ ਕਹਾਂ ਕਿ ਇੱਕ ਫਰਮ ਜਿਹੜਾ ਹੈ ਉਹ ਕੀ ਕਰ ਰਹੀ ਸੀ, ਉਹ ਆਪਣੀ ਵਸਤੂ ਵੇਚ ਰਹੀ ਸੀ ਮੰਨ ਲਓ 50 ਰੁਪਏ ਦੀ। ਉਹਦੀ ਉਸ ਚੀਜ਼ ਨੂੰ ਬਣਾਉਣ ਤੇ ਲਾਗਤ ਆ ਰਹੀ ਸੀ ਮੰਨ ਲਓ 40 ਰੁਪਏ ਦੀ। ਤਾਂ ਇਸ ਹਿਸਾਬ ਤੇ ਉਸ ਫਰਮ ਦੇ ਲਾਭ ਹੋ ਰਹੇ ਸੀ 10 ਰੁਪਏ ਹਰੇਕ ਵਸਤੂ ਦੇ ਪਿੱਛੇ। ਠੀਕ ਹੈ, मतलब कीमत है उस वस्तु की 50 रुपए, ਉਹ ਚੀਜ਼ ਨੂੰ ਬਣਾਉਣ ਤੇ ਲਾਗਤ ਆ ਰਹੀ ਹੈ 40 ਰੁਪਏ, ਤਾਂ ਉਹਨੂੰ ਪ੍ਰੋਫਿਟ ਹੋ ਰਹੇ ਨੇ 10 ਰੁਪਏ। ਹੁਣ ਕੀ ਹੋਇਆ, ਉਸ ਵਸਤੂ ਦੀ ਕੀਮਤ ਜਿਹੜੀ ਹੈ ਉਹ ਹਾਲੀ ਵੀ 50 ਰੁਪਏ ਹੀ ਹੈ। ਹੋਇਆ ਕਿ ਵੀ ਜਿਹੜੇ ਉਤਪਾਦਨ ਦੇ ਸਾਧਨ ਨੇ, मतलब मजदूर है, उस तो बाद भूमि है, पूंजी है, उद्यम है, ये हो गए पहला नालों सस्ते। कच्चा माल हो गया पहला नालों सस्ता, यानी मजदूरां ने मजदूरी घटाती, जिन्हें पैसे ले रहे सी उन्हें ब्याज घटाती, जिन्हें को जमीन ले रहे सी उन्हें लगान या किराया घटाता, जिन्हें को कच्चा माल खरीदते पे सी उन्हें रेट घटाते। तो हुण की होया, उस फर्म की लागत जिहड़ी है वो घट के होगी 30 रुपए। यानी जिहड़ी चीज पहला उस फर्म ਨੂੰ ਜਿਹੜੀ 40 ਰੁਪਏ ਦੀ ਪੈਂਦੀ ਪਈ ਸੀ, ਹੁਣ ਉਹੀ ਚੀਜ਼ ਉਸ ਫਰਮ ਨੂੰ 30 ਰੁਪਏ ਦੀ ਪੈਂਦੀ ਪਈ ਹੈ। ਠੀਕ, ਤਾਂ ਹੁਣ ਉਸ ਫਰਮ ਦੇ ਲਾਭ ਕਿੰਨੇ ਹੋ ਗਏ? 20 ਰੁਪਏ। ਠੀਕ, ਪਹਿਲਾਂ ਇੱਕ ਚੀਜ਼ ਵੇਚ ਕੇ ਉਸ ਫਰਮ ਨੂੰ ਹੁੰਦੇ ਪਏ ਸੀ 10 ਰੁਪਏ ਦੇ ਮੁਨਾਫੇ, ਹੁਣ ਇੱਕ ਚੀਜ਼ ਵੇਚ ਕੇ ਹੁੰਦੇ ਪਏ ਨੇ ਉਹਨੂੰ 20 ਰੁਪਏ ਦੇ ਮੁਨਾਫੇ। ਤਾਂ ਮੁਨਾਫੇ ਹੁੰਦੇ ਕੀ ਹੋ ਗਏ? ਪਹਿਲਾਂ ਨਾਲੋਂ ਵੱਧ ਗਏ। ਹੁਣ ਸੋਚੋ ਉਹ ਕੀ ਕਰੇਗੀ? ਸੋਚੋ, ਪਹਿਲਾਂ ਇੱਕ ਚੀਜ਼ ਨੂੰ ਵੇਚ ਕੇ 10 ਰੁਪਏ ਦਾ ਮੁਨਾਫਾ ਸੀ, ਹੁਣ ਇੱਕ ਚੀਜ਼ ਨੂੰ ਵੇਚ ਕੇ 20 ਰੁਪਏ ਦਾ ਮੁਨਾਫਾ ਹੈ। ਉਹ ਕੀ ਕਰੇਗੀ? ਉਹ ਫਰਮ ਚੀਜ਼ਾਂ ਪਹਿਲਾਂ ਨਾਲੋਂ ਜ਼ਿਆਦਾ ਵੇਚੇਗੀ। ਯਾਨੀ ਉਹਨੇ ਕੀ ਕੀਤਾ, ਆਦੀ ਦੇਖੋ ਕੀਮਤ ਪਹਿਲਾਂ ਵੀ 50 ਸੀ, ਕੀਮਤ ਹੁਣ ਵੀ 50 ਹੈ। ਕੀਮਤ ਤਾਂ ਨਹੀਂ ਬਦਲੀ ਨਾ, ਕੀਮਤ ਉਨੀ ਦੀ ਉਨੀ ਹੈ। ठीक, कीमत उन्नी दी उन्नी, पर फिर भी उन्हें की करना है, आदि पूर्ति जिहड़ी है वधा देनी है। क्यों? क्योंकि लागतां जिहड़ियां ने वो घट गईयां, लागतां दे घटण नाल लाभ जिहड़े ने वो वध गए। यानी बिना कीमत दे बदले, कीमत पहला भी 50 हुण भी 50, बिना कीमत दे बदले उस फर्म ने की करना है, उन्हें पूर्ति वधा देनी है। पर तुसी की बोलिया सी, तुसी कहा सी कीमत वधेगी तो पूर्ति वधेगी, वो तो कहंदा कीमत तो वधी नहीं, कीमत तो उन्नी दी उन्नी है, फिर भी पूर्ति वध गई। इहदा मतलब तुहाडा पूर्ति दा नियम फेल। ਤਾਂ ਆਪਾਂ ਇਹ ਗਲਤੀ ਜਿਹੜੀ ਹੈ ਉਹ ਬਿਲਕੁਲ ਨਹੀਂ ਕਰਨੀ। ਆਪਾਂ ਇਹ ਬਿਲਕੁਲ ਨਹੀਂ ਲਿਖਣਾ ਵੀ ਪੂਰਤੀ ਦਾ ਨਿਯਮ ਕੀਮਤ ਤੇ ਪੂਰਤੀ ਦੇ ਵਿੱਚ ਪਾਏ ਜਾਣ ਵਾਲੇ ਸਿੱਧੇ ਸੰਬੰਧ ਬਾਰੇ ਦੱਸਦਾ ਹੈ। ਪੂਰਤੀ ਦੇ ਨਿਯਮ ਤੋਂ ਇਹ ਪਤਾ ਲੱਗਦਾ ਹੈ ਕਿ ਕੀਮਤ ਵਧੇਗੀ ਤਾਂ ਪੂਰਤੀ ਵਧੇਗੀ, ਕੀਮਤ ਘਟੇਗੀ ਤਾਂ ਪੂਰਤੀ ਘਟੇਗੀ। ਗਲਤ। ਆਪਾਂ ਨੂੰ ਕੀ ਕਰਨਾ ਪਏਗਾ, ਇਹਦੇ ਵਾਸਤੇ ਜਿਹੜੇ ਪੂਰਤੀ ਨੂੰ ਪ੍ਰਭਾਵਿਤ ਕਰਨ ਵਾਲੇ ਜਾਂ ਪੂਰਤੀ ਨੂੰ ਨਿਰਧਾਰਿਤ ਕਰਨ ਵਾਲੇ ਜਿਹੜੇ ਬਾਕੀ ਤੱਤ ਨੇ, ਬਾਕੀ ਤੱਤ ਮਤਲਬ ਜਿਵੇਂ ਹੁਣ ਮੈਂ ਲਿਆ ਉਤਪਾਦਨ ਦੇ ਸਾਧਨਾਂ ਦੀ ਕੀਮਤ ਬਦਲ ਗਈ ਮੰਨ ਲਓ, ਤਾਂ ਤੁਹਾਡੀ ਪੂਰਤੀ ਚੇਂਜ ਹੋ ਜਾਏਗੀ ਕਿ ਨਹੀਂ ਹੋ ਜਾਏਗੀ? ਤਾਂ ਤੁਹਾਡਾ ਪੂਰਤੀ ਦਾ ਨਿਯਮ ਫੇਲ ਹੋ ਜਾਏਗਾ ਕਿ ਨਹੀਂ ਹੋ ਜਾਏਗਾ? ਤਾਂ ਜਿਹੜੇ ਬਾਕੀ ਤੱਤ ਨੇ, ਸੰਬੰਧਿਤ ਵਸਤੂਆਂ ਦੀਆਂ ਕੀਮਤਾਂ ਨੇ, ਉਤਪਾਦਨ ਦੀ ਤਕਨੀਕ ਹੈ, ਸਰਕਾਰ ਦੀ ਨੀਤੀ ਹੈ, ਉਤਪਾਦਨ ਦੇ ਜਿਹੜੇ ਸਾਧਨ ਨੇ ਉਹਨਾਂ ਦੀ ਮੌਜੂਦਗੀ ਹੈ, ਉਹਨਾਂ ਦੀ ਲਾਗਤ ਹੈ, ਇਹ ਸਾਰੀਆਂ ਚੀਜ਼ਾਂ ਨੂੰ ਕੀ ਕਰਨਾ ਪਏਗਾ? ਸਥਿਰ ਮੰਨਣਾ ਪਏਗਾ। ਮਤਲਬ ਤੁਹਾਨੂੰ ਇਹ ਮੰਨ ਕੇ ਚੱਲਣਾ ਪਏਗਾ ਵੀ ਜੇਕਰ ਅਸੀਂ ਪੂਰਤੀ ਦੇ ਨਿਯਮ ਦੀ ਗੱਲ ਕਰ ਰਹੇ ਹਾਂ ਤਾਂ ਅਪੂਰਤੀ ਦੇ ਨਿਯਮ ਦੇ ਵਿੱਚ ਅਸੀਂ ਪੂਰਤੀ ਦਾ ਜਿਹੜਾ ਸੰਬੰਧ ਦਿਖਾਣਾ ਹੈ ਉਹ ਸਿਰਫ ਤੇ ਸਿਰਫ ਕੀਮਤ ਨਾਲ ਵਿਖਾਣਾ ਹੈ। ਇਹਦਾ ਮਤਲਬ ਜਿਹੜੇ ਬਾਕੀ ਤੱਤ ਨੇ ਜੋ ਕਿਸੇ ਵੀ ਵਸਤੂ ਦੀ ਪੂਰਤੀ ਨੂੰ ਪ੍ਰਭਾਵਿਤ ਕਰਦੇ ਨੇ, ਅਸੀਂ ਮੰਨ ਕੇ ਚੱਲ ਰਹੇ ਹਾਂ ਵੀ ਉਹਨਾਂ ਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਬਦਲਾਵ ਜਿਹੜਾ ਹੈ ਉਹ ਨਹੀਂ ਆਂਦਾ ਪਿਆ। ਤਾਂ ਆਪਾਂ ਨੂੰ ਕੀ ਲਿਖਣਾ ਪਏਗਾ? ਆਪਾਂ ਲਿਖਾਂਗੇ ਕਿ ਪੂਰੀ ਦੀ ਪੂਰੀ ਲਾਈਨ ਲਿਖਣ ਲੱਗਿਆ ਤਾਂ ਆਪਾਂ ਲਿਖਾਂਗੇ ਪੂਰਤੀ ਦੇ ਨਿਯਮ ਦੇ ਮੁਤਾਬਿਕ ਜੇਕਰ ਹੋਰ ਗੱਲਾਂ
ਸਮਾਨ ਰਹਿਣ। ਜੇ ਆ ਵਰਡ ਨਾ ਲਗਾਇਆ ਨਾ ਤਾਂ ਪੂਰਤੀ ਦਾ ਨਿਯਮ ਗਲਤ ਹੋ ਜਾਣਾ ਹੈ। ਠੀਕ ਹੈ, ਜੇਕਰ ਹੋਰ ਗੱਲਾਂ ਸਮਾਨ ਰਹਿਣ, ਠੀਕ ਹੈ, ਜੇਕਰ ਹੋਰ ਗੱਲਾਂ ਸਮਾਨ ਰਹਿਣ ਤੇ ਕੀ ਹੁੰਦਾ ਹੈ, ਕੀਮਤ ਅਤੇ ਪੂਰਤੀ ਵਿੱਚ ਸਿੱਧਾ ਸੰਬੰਧ ਪਾਇਆ ਜਾਂਦਾ ਹੈ। ठीक है, है ना। लिख के फिर अपन लिखांगे पाव। पाव किसे वस्तु दी कीमत दे ਵਧਣ ਤੇ ਉਸ ਦੀ ਪੂਰਤੀ ਵੱਧ ਜਾਂਦੀ ਹੈ ਅਤੇ ਕਿਸੇ ਵਸਤੂ ਦੀ ਕੀਮਤ ਦੇ ਘਟ ਜਾਣ ਤੇ ਉਸ ਵਸਤੂ ਦੀ ਪੂਰਤੀ ਘਟ ਜਾਂਦੀ ਹੈ। ਹੁਣ ਜਿਹੜਾ ਆਪਣਾ ਪੂਰਤੀ ਦਾ ਨਿਯਮ ਹੈ ਇਹ ਬਿਲਕੁਲ ਸਹੀ ਹੈ। ਆਪਾਂ ਵਰਡ ਕੀ ਲਗਾਤਾ, ਹੋਰ ਗੱਲਾਂ ਸਮਾਨ ਰਹਿਣ ਤੇ। ਹੋਰ ਗੱਲਾਂ ਸਮਾਨ ਰਹਿਣ ਤੇ ਮਤਲਬ ਵੀ ਜੋ ਵੀ ਆਪਾਂ ਹੁਣੇ ਇਸ ਤੋਂ ਪਹਿਲਾਂ ਜਿਹੜੇ ਪੂਰਤੀ ਨੂੰ ਪ੍ਰਭਾਵਿਤ ਕਰਨ ਵਾਲੇ ਜਾਂ ਪੂਰਤੀ ਨੂੰ ਨਿਰਧਾਰਿਤ ਕਰਨ ਵਾਲੇ ਜਿਹੜੇ ਆਪਾਂ ਤੱਤ ਕੀਤੇ ਸੀ, ਉਹ ਸਾਰੇ ਤੱਤਾਂ ਦੇ ਵਿੱਚੋਂ ਬਦਲਾਵ ਕਿੰਨੇ ਚ ਹੋਣਾ ਚਾਹੀਦਾ ਹੈ, ਸਿਰਫ ਕੀਮਤ ਦੇ ਵਿੱਚ ਹੋਣਾ ਚਾਹੀਦਾ। ਦੇਖੋ ਮੈਂ ਕੀ ਕੀਤਾ, ਕੀਮਤ ਦੇ ਵਧਣ ਤੇ, ਕੀਮਤ ਦੇ ਘਟਣ ਤੇ, ਮਤਲਬ ਸਿਰਫ ਕੀਮਤ ਨੂੰ ਬਦਲਣਾ ਹੈ। ਜਿਹੜੇ ਬਾਕੀ ਤੱਤ ਸੀ ਉਹਨਾਂ 'ਚ ਬਦਲਾਵ ਨਹੀਂ ਹੋਣਾ ਚਾਹੀਦਾ। ਜੇਕਰ ਉਹ ਬਾਕੀ ਤੱਤਾਂ ਦੇ ਵਿੱਚ ਕਿਸੇ ਤਰ੍ਹਾਂ ਦਾ ਬਦਲਾਵ ਹੋ ਜਾਂਦਾ ਹੈ, ਫਿਰ ਭਈਆ ਸਾਡਾ ਪੂਰਤੀ ਦਾ ਨਿਯਮ ਕੰਮ ਨਹੀਂ ਕਰੇਗਾ। ਸਾਡਾ ਪੂਰਤੀ ਦਾ ਨਿਯਮ ਸਿਰਫ ਉਦੋਂ ਹੀ ਕੰਮ ਕਰੇਗਾ ਜਦੋਂ ਸਿਰਫ ਤੇ ਸਿਰਫ ਕੀਮਤ ਬਦਲੇ ਤੇ ਉਹਦੇ ਨਾਲ ਪੂਰਤੀ ਬਦਲੇ। ਜੇ ਮੰਨ ਲਓ ਫਰਮਾਂ ਦੀ ਗਿਣਤੀ ਬਦਲ ਗਈ ਜਾਂ ਉਤਪਾਦਨ ਦੇ ਸਾਧਨਾਂ ਦੀ ਕੀਮਤ ਬਦਲ ਗਈ ਜਾਂ ਸਰਕਾਰੀ ਨੀਤੀ ਬਦਲ ਗਈ ਜਾਂ ਆਉਣ ਵਾਲੇ ਟਾਈਮ 'ਚ ਸਾਡੀ ਜਿਹੜੇ ਸੰਭਾਵਨਾਵਾਂ ਨੇ ਕੀਮਤ ਬਾਰੇ ਉਹ ਚੇਂਜ ਹੋ ਗਈਆਂ, ਫਿਰ ਸਾਡਾ ਪੂਰਤੀ ਦਾ ਨਿਯਮ ਜਿਹੜਾ ਹੈ ਉਹ ਕੰਮ ਨਹੀਂ ਕਰੇਗਾ। ਮਤਲਬ ਸਾਡਾ ਪੂਰਤੀ ਦਾ ਨਿਯਮ ਸਿਰਫ ਉਦੋਂ ਹੀ ਕੰਮ ਕਰੇਗਾ ਜਦੋਂ ਪੂਰਤੀ ਨੂੰ ਪ੍ਰਭਾਵਿਤ ਜਾਂ ਨਿਰਧਾਰਿਤ ਕਰਨ ਵਾਲੇ ਜਿੰਨੇ ਵੀ ਤੱਤ ਨੇ ਉਹਨਾਂ ਸਾਰਿਆਂ ਦੇ ਵਿੱਚੋਂ ਸਿਰਫ ਇੱਕੋ ਚੀਜ਼ ਚੇਂਜ ਹੋਵੇ, ਕੀਮਤ। ਬਸ ਹੋਰ ਕੁਝ ਨਹੀਂ ਚੇਂਜ ਹੋਣਾ ਚਾਹੀਦਾ। मतलब की है, अगर अपन एक डायग्राम ते एक टेबल द्वारा दिखाना चाहिए तो अपन दिखा सकते हैं। हाँ, तो आप इत्थे की ले रहे हैं, इत्थे कीमत ले लेने आ, इत्थे आप पूर्ति ले लेने आ। मान लो कीमत है 1 2 3 4 5। हुण देखो कीमत की हो रही है, वध रही है। तो आप की क्या सी, जेकर होर गल्लां समान रहन तां किसी वस्तु दी कीमत दे वधन ते उस दी पूर्ति वध जांदी है। तो पूर्ति ਆਪਾਂ ਵਧਾ ਦਿੰਨੇ ਆ 1 2 3 4 ਤੇ 5। ठीक, तो हुण आपां ऐसे चीज ਨੂੰ ਜਿਹੜਾ ਹੈ ਉਹ ਇੱਕ ਡਾਇਗਰਾਮ ਦੇ ਥਰੂ ਵੀ ਦਿਖਾ ਸਕਦੇ ਆ। ਤਾਂ ਡਾਇਗਰਾਮ ਜਿਹੜੀ ਹੈ ਉਹ ਕੀ ਕਰੇਗੀ, ਉਹ ਜੋ ਆਪਣਾ ਪੂਰਤੀ ਦਾ ਨਿਯਮ ਹੈ ਉਹਨੂੰ ਸਾਬਿਤ ਕਰੇਗੀ। ਉਹਦੇ ਵਾਸਤੇ ਆਪਾਂ ਕੀ ਕਰਾਂਗੇ, ਜਿਹੜਾ y ਐਕਸਿਸ ਹੈ ਉਹਦੇ ਤੇ ਆਪਾਂ ਕੀਮਤ ਲਵਾਂਗੇ, x ਐਕਸਿਸ ਤੇ ਆਪਾਂ ਕੀ ਲਵਾਂਗੇ, ਪੂਰਤੀ ਲਵਾਂਗੇ। ਤਾਂ ਆਪਾਂ ਪੂਰਤੀ ਲੈ ਲੈਨੇ ਆ 1 2 3 4 5। इधर आप ले लेना 1 2 3 4 5। तो इधर भी अपने को 1 2 3 4 5 आ गई। ठीक, तो बनाओ कीमत 1 है तो पूर्ति 1 है, कीमत 2 है तो पूर्ति 2 है, कीमत 3 है तो पूर्ति 3 है, कीमत 4 है तो पूर्ति 4 है, कीमत 5 है तो पूर्ति 5 है। ਤਾਂ ਜਿਵੇਂ ਜਿਵੇਂ ਆਪਾਂ ਕੀ ਕਰ ਰਹੇ ਹਾਂ, ਆਪਾਂ ਕੀਮਤ ਵਧਾ ਰਹੇ ਹਾਂ, ਉਵੇਂ ਆਪਾਂ ਕੀ ਕਰ ਰਹੇ ਹਾਂ, ਪੂਰਤੀ ਵੀ ਵਧਾ ਰਹੇ ਹਾਂ। ਤਾਂ ਇੱਥੇ ਕੀ ਹੋ ਜਾਏਗਾ, ਆ ਜਿੰਨੇ ਪੁਆਇੰਟ ਆਪਣੇ ਕੋਲ ਆਣਗੇ ਅਗਰ ਆਪਾਂ ਇਹਨਾਂ ਸਾਰੇ ਪੁਆਇੰਟਸ ਨੂੰ ਮਿਲਾ ਦਿੰਨੇ ਆ ਤਾਂ ਐਸ ਜਿਹੜੀ ਹੈ ਉਹ ਕੀ ਹੋ ਜਾਏਗਾ, ਆਪਣੀ ਪੂਰਤੀ ਵਕਰ ਬਣ ਜਾਏਗੀ ਜੋ ਕੀ ਕਰ ਰਹੀ ਹੈ, ਕੀਮਤ ਤੇ ਪੂਰਤੀ ਦੇ ਵਿੱਚ ਪਾਏ ਜਾਣ ਵਾਲੇ ਸਿੱਧੇ ਸੰਬੰਧ ਬਾਰੇ ਜਿਹੜਾ ਹੈ ਉਹ ਗੱਲ ਕਰ ਰਹੀ ਹੈ। ਮਤਲਬ ਕੀ ਹੈ ਵੀ ਕੀਮਤ ਇਧਰ ਵਧਾਈ ਜੋ, ਇਧਰ ਪੂਰਤੀ ਵੀ ਜਿਹੜੀ ਹੈ ਉਹ ਵਧਾਈ ਜੋ। ਪਰ ਧਿਆਨ ਰੱਖਣਾ ਵੀ ਕੀਮਤ ਦੇ ਵਧਣ ਤੇ ਪੂਰਤੀ ਸਿਰਫ ਉਦੋਂ ਵਧੇਗੀ ਜਦੋਂ ਕੀ ਹੋਏਗਾ, ਬਾਕੀ ਸਾਰੇ ਤੱਤ ਜਿਹੜੇ ਨੇ ਉਹ ਸਮਾਨ ਰਹਿਣਗੇ। ਬਾਕੀ ਕਿਸੇ ਤੱਤ ਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਬਦਲਾਵ ਜਿਹੜਾ ਹੈ ਉਹ ਨਹੀਂ ਆਣਾ ਚਾਹੀਦਾ। ਹੁਣ ਉਹ ਕਿਹੜੇ ਕਿਹੜੇ ਤੱਤ ਨੇ ਜਿਨ੍ਹਾਂ 'ਚ ਕਿਸੇ ਤਰ੍ਹਾਂ ਦਾ ਕੋਈ ਬਦਲਾਵ ਨਹੀਂ ਆਣਾ ਚਾਹੀਦਾ। ਆਪਾਂ ਕੀ ਕਰਾਂਗੇ, ਉਹਨਾਂ ਸਾਰੇ ਤੱਤਾਂ ਨੂੰ ਆਪਾਂ ਕੀ ਕਵਾਂਗੇ,
ਇੱਕ ਨਾਮ ਦੇ ਦਿਆਂਗੇ। ਇਹ ਨਾਮ ਆਪਾਂ ਸੇਮ ਦਿੱਤਾ ਸੀ ਜੋ ਆਪਾਂ ਮੰਗ ਦਾ ਨਿਯਮ ਕੀਤਾ ਸੀ, ਉਦੋਂ ਵੀ ਆਪਾਂ ਇਹੀ ਗੱਲ ਕੀਤੀ ਸੀ ਵੀ ਜਿਹੜਾ ਮੰਗ ਦਾ ਨਿਯਮ ਹੈ ਉਹ ਵੀ ਹਰੇਕ ਥਾਂ ਤੇ ਲਾਗੂ ਨਹੀਂ ਹੁੰਦਾ। ਮੰਗ ਦਾ ਨਿਯਮ ਨੂੰ ਫੇਲ ਕਰਾਉਣ ਵਾਲੇ ਬੜੇ ਸਾਰੇ ਤੱਤ ਨੇ। ਹੁਣ ਆਪਾਂ ਕੀ ਕਰਨਾ ਹੈ, ਆਪਾਂ ਆਪਣੇ ਮੰਗ ਦੇ ਨਿਯਮ ਨੂੰ ਜਦੋਂ ਬਚਾਇਆ ਸੀ ਤਾਂ ਆਪਾਂ ਕੀ ਕੀਤਾ ਸੀ, ਆਪਾਂ ਬੜੀਆਂ ਸਾਰੀਆਂ ਚੀਜ਼ਾਂ ਨੂੰ ਸਥਿਰ ਲੈ ਲਿਆ ਸੀ। ਮਤਲਬ ਮੈਨੂੰ ਜੋ ਜੋ ਲੱਗਿਆ ਵੀ ਜਿਹੜੀ ਚੀਜ਼ ਜਿਹੜੀ ਹੈ ਉਹ ਮੇਰੇ ਮੰਗ ਦੇ ਨਿਯਮ ਨੂੰ ਫੇਲ ਕਰਾ ਸਕਦੀ ਹੈ, ਮੈਂ ਕੀ ਕੀਤਾ, ਉਹ ਚੀਜ਼ ਨੂੰ ਚੁੱਪਚਾਪ ਸਥਿਰ ਮੰਨ ਲਿਆ ਸੀ। ਉਵੇਂ ਹੁਣ ਮੈਨੂੰ ਲੱਗਿਆ ਕਿ ਬੜੀਆਂ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਮੇਰੇ ਪੂਰਤੀ ਦੇ ਨਿਯਮ ਨੂੰ ਫੇਲ ਕਰਾ ਸਕਦੀਆਂ ਨੇ, ਤਾਂ ਮੈਂ ਕੀ ਕਰਾਂਗਾ, ਉਹਨਾਂ ਸਾਰੀਆਂ ਚੀਜ਼ਾਂ ਨੂੰ ਸਥਿਰ ਮੰਨ ਲਾਂਗਾ। ਤਾਂ ਜੋ ਉਹ ਚੀਜ਼ਾਂ ਮੈਂ ਸਥਿਰ ਮੰਨਾਂਗਾ ਉਹਨੂੰ ਆਪਾਂ ਕੀ ਕਵਾਂਗੇ, ਉਹਨੂੰ ਆਪਾਂ ਕਵਾਂਗੇ ਪੂਰਤੀ ਦੇ ਨਿਯਮ ਦੀਆਂ ਮਾਨਤਾਵਾਂ। मतलब नाम तो क्लियर करो, पूर्ति दे नियम दिया मानतावां। मानतावां मतलब ਜਿਹੜੀ ਚੀਜ਼ ਆਪਾਂ ਨੂੰ ਮੰਨ ਕੇ ਚੱਲਣੀ ਪਈ। ਹੁਣ ਆਪਾਂ ਨੂੰ ਚੀਜ਼ਾਂ ਕਿਉਂ ਮੰਨ ਕੇ ਚੱਲਣੀਆਂ ਪੈਂਦੀਆਂ ਨੇ, ਐਕਚੁਅਲੀ ਆਪਾਂ ਗੱਲ ਅੱਗੇ ਵੀ ਕੀਤੀ ਸੀ ਵੀ ਐਕਚੁਅਲੀ ਇਕਨੋਮਿਕਸ ਜਿਹੜਾ ਹੈ ਉਹ ਕੀ ਹੈ, ਉਹ ਇੱਕ ਸਮਾਜਿਕ ਵਿਗਿਆਨ ਹੈ। ਸਮਾਜਿਕ ਵਿਗਿਆਨ ਦਾ ਮਤਲਬ ਕੀ ਹੈ ਵੀ ਜਿਹੜਾ ਇਕਨੋਮਿਕਸ ਹੈ ਉਹ ਇੱਕ ਪਾਰਟਿਕੂਲਰ ਸਮਾਜ ਦੇ ਉੱਪਰ, ਇੱਕ ਪਾਰਟਿਕੂਲਰ ਜਿਹੜਾ ਹੈ ਸਥਿਤੀ ਦੇ ਅੰਦਰ, ਇੱਕ ਪਾਰਟਿਕੂਲਰ ਸਮੇਂ ਤੇ ਜਿਹੜਾ ਹੈ ਉਹ ਲਾਗੂ ਹੁੰਦਾ ਹੈ। यानी अगर टाइम चेंज हो जाए या मान लो जगह चेंज हो जाए तो ਕੀ ਹੋਏਗਾ, ਨਿਯਮ ਜਿਹੜੇ ਨੇ ਉਹ ਫੇਲ ਹੋ ਜਾਣਗੇ। ਕਿਉਂਕਿ ਜਿਹੜੇ ਇਕਨੋਮਿਕਸ ਦੇ ਨਿਯਮ ਨੇ ਉਹ ਕੋਈ ਫਿਜ਼ਿਕਸ, ਕੈਮਿਸਟਰੀ, ਬਾਇਓਲੋਜੀ ਤਰ੍ਹਾਂ ਇਹ ਨਿਯਮ ਜਿਹੜੇ ਨੇ ਉਹ ਸਰਵ ਵਿਆਪਕ ਨਹੀਂ ਹੈਗੇ, ਹਰੇਕ ਥਾਂ ਤੇ ਲਾਗੂ ਹੋਣ ਵਾਲੇ ਨਿਯਮ ਨਹੀਂ ਹੈਗੇ। ਮਤਲਬ ਜੇ ਆਪਾਂ ਕਹੀਏ ਵੀ ਪਾਣੀ ਬਣਾਉਣਾ ਹੈ ਤਾਂ ਕਹਿੰਦੇ ਪਾਣੀ ਕਿਵੇਂ ਬਣੇਗਾ ਜੀ, ਉਹ ਕਹਿੰਦੇ H2O ਪਾਣੀ ਬਣ ਜਾਏਗਾ। ਵੀ ਦੋ ਹਾਈਡਰੋਜਨ ਲਓ, ਇੱਕ ਆਕਸੀਜਨ ਲਓ, ਮਿਕਸ ਕਰੋ ਤਾਂ ਪਾਣੀ ਬਣ ਜਾਏਗਾ। ਹੁਣ ਉਹ ਪਾਣੀ ਤੁਸੀਂ ਭਾਵੇਂ ਇੰਡੀਆ 'ਚ ਬਣਾਓ ਤੇ ਭਾਵੇਂ ਪਾਕਿਸਤਾਨ 'ਚ ਬਣਾਓ ਜਾ ਕੇ, ਠੀਕ ਹੈ, ਭਾਵੇਂ ਗਰਮੀਆਂ 'ਚ ਬਣਾਓ ਤੇ ਭਾਵੇਂ ਸਰਦੀਆਂ 'ਚ ਬਣਾਓ, ਪਾਣੀ ਤਾਂ H2O ਨਾਲ ਹੀ ਬਣਨਾ ਹੈ। ठीक है, ਹੋਰ ਤਾਂ ਕੋਈ ਤਰੀਕਾ ਨਹੀਂਗਾ ਪਾਣੀ ਬਣਾਉਣ ਦਾ। ਯਾਨੀ ਹੁਣ ਇਹ ਨਿਯਮ ਕੀ ਹੋ ਗਿਆ, ਸਰਵ ਵਿਆਪਕ ਹੋ ਗਿਆ, ਹਰੇਕ ਥਾਂ ਤੇ ਲਾਗੂ ਹੋਏਗਾ, ਹਰੇਕ ਟਾਈਮ ਤੇ ਲਾਗੂ ਹੋਏਗਾ। ਪਰ ਇਕਨੋਮਿਕਸ ਦੇ ਨਿਯਮ ਜਿਹੜੇ ਨੇ ਉਹ ਇਸ ਤਰ੍ਹਾਂ ਨਹੀਂ ਹੈਗੇ, ਹਰੇਕ ਟਾਈਮ ਤੇ, ਹਰੇਕ ਸਥਿਤੀ ਦੇ ਵਿੱਚ, ਹਰੇਕ ਸਮਾਜ ਦੇ ਵਿੱਚ ਲਾਗੂ ਹੋਣ ਵਾਲੇ ਨਹੀਂ ਹੁੰਦੇ। ਮਤਲਬ ਬਹੁਤ ਸਾਰੀਆਂ ਅਜਿਹੀਆਂ ਚੀਜ਼ਾਂ ਨੇ ਜਿਹੜੀਆਂ ਆਪਣੇ ਇਕਨੋਮਿਕਸ ਦੇ ਨਿਯਮਾਂ ਨੂੰ ਫੇਲ ਕਰਾਉਂਦੀਆਂ ਨੇ। ਤਾਂ ਫਿਰ ਆਪਾਂ ਅਗਰ ਆਪਾਂ ਦੇ ਨਿਯਮਾਂ ਨੂੰ ਬਚਾਉਣਾ ਹੈ ਤਾਂ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਆਪਾਂ ਨੂੰ ਪਹਿਲਾਂ ਤੋਂ ਮੰਨ ਕੇ ਚੱਲਣੀਆਂ ਪੈਣਗੀਆਂ ਵੀ ਇਹ ਚੀਜ਼ਾਂ ਅਗਰ ਸਟੈਂਡ ਕਰਨਗੀਆਂ ਤਾਂ ਸਾਡਾ ਨਿਯਮ ਲਾਗੂ ਹੋਏਗਾ, ਜੇ ਇਹ ਚੀਜ਼ਾਂ ਸਟੈਂਡ ਨਹੀਂ ਕਰਨਗੀਆਂ ਫਿਰ ਸਾਡਾ ਨਿਯਮ ਲਾਗੂ ਨਹੀਂ ਹੋਏਗਾ। ਤਾਂ ਉਹ ਮਾਨਤਾਵਾਂ ਕਿਹੜੀਆਂ ਨੇ ਉਹ ਆਪਾਂ ਆਪਣੇ ਅਗਲੇ ਲੈਕਚਰ 'ਚ ਡਿਸਕਸ ਕਰਾਂਗੇ। ਤਾਂ ਮਿਲਦੇ ਹਾਂ ਆਪਣੇ ਅਗਲੇ ਲੈਕਚਰ ਦੇ ਵਿੱਚ। Till then, it's goodbye from my side. Thank you very much and all the best.